राग गौड़ी पूर्वी महल्ला चौथा। कामे क्रोधे नगर बहु परिया, मेले साधु खंडल खंडारे। कामे क्रोधे नगर बहु परिया, मेले साधु खंडल खंडाहे। ਅਸੀਂ ਪਿੱਛੇ ਸੋਹਲੇ ਤੇ ਗਿਆਨ ਲਈ ਆ ਰਹੇ ਹਾਂ, ਜਿਹਨੂੰ ਆਮ ਅਸੀਂ ਕੀਰਤਨ ਸੋਹਲਾ ਕਹਿ ਦਿੰਦੇ ਹਾਂ। ਔਰ ਆਹ ਸ਼ਬਦ ਅਸੀਂ ਪਿੱਛੇ ਜਿੱਦਾਂ ਲਿਖਿਆ ਪਿਛਲੀ ਰਿਕਾਰਡਿੰਗ ਅਸੀਂ ਕਰ ਚੁੱਕੇ ਹਾਂ। ਹੁਣ ਅੱਜ ਇਹਦਾ ਪੂਰਾ ਗਿਆਨ ਲਾਂਗੇ ਵੀ ਇਹਦੇ 'ਚ ਲਫ਼ਜ਼ ਜਿਹੜਾ ਸਾਧੂ ਆ ਰਿਹਾ ਉਹ ਕਿਹੜੇ ਸਾਧੂ ਨੂੰ ਮਿਲੀਏ। ਵੀ ਇਹ ਕਾਮ ਕ੍ਰੋਧ ਜਿਹੜਾ ਨਗਰ ਬਹੁ ਭਰਿਆ, ਸਾਡਾ ਜਿਸਮ ਭਰਿਆ ਪਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ, ਪੰਜਾਂ ਵੈਰੀਆਂ ਨਾਲ। ਅਤੇ ਇਹਦੇ 'ਚ ਇੰਸਟਰਕਸ਼ਨ ਆ ਗਈ ਵੀ ਮਿਲੇ ਸਾਧੂ। ਸਾਧੂ ਕੋਈ ਇਹਨਾਂ ਦੇ ਟੋਟੇ ਟੋਟੇ ਕਰ ਸਕਦਾ ਹੈ। ਖੰਡਲ ਖੰਡਾ ਹੈ ਦਾ ਮਤਲਬ ਹੈ ਟੋਟੇ ਟੋਟੇ ਕਰਨੇ। ਵੀ ਇਹ ਸਾਡੇ ਅੰਦਰ ਜਿਹੜਾ ਇਹਨਾਂ ਨੇ ਖਰੂਦ ਪਾਇਆ, ਸਾਨੂੰ ਕੱਖ ਵੀ ਜਿੰਨੀ ਵੀ ਅਸੀਂ ਨਾਮ ਜਪਣ ਦੀ, ਪਿਆਰ ਨਾਲ ਬਾਣੀ ਪਾਠ ਕੀਰਤਨ ਕਰਨ ਦੀ, ਜਿੰਨੀ ਵੀ ਅਸੀਂ ਧਰਮ ਦੀ ਕਮਾਈ ਕਰਦੇ ਹਾਂ, ਇਹ ਪੰਜੇ ਲੁੱਟੀ ਜਾਂਦੇ ਹੈ। ਪੂਰਾ ਸ਼ਬਦ ਅਸੀਂ ਪਿੱਛੇ ਪੜ੍ਹ ਚੁੱਕੇ ਹਾਂ। ਅੱਜ ਅਸੀਂ ਪਹਿਲੀਆਂ ਜਿੱਥੇ ਇਹ ਚੀਜ਼ਾਂ ਲਿਖੀਆਂ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਜਿੱਦਾਂ ਅੱਖਰ ਲਿਖੇ ਹੋਣ ਉਹਦਾ ਉੱਦਾਂ ਹੀ ਬੁਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਕਾਮ ਕ੍ਰੋਧ ਨਗਰ ਬਹੁ ਭਰਿਆ ਸਾਰੇ ਪਾਠ ਕਰੀ ਜਾਂਦੇ ਹਾਂ, ਕਿਉਂਕਿ ਅਸੀਂ ਇਹ ਸਿਹਾਰੀਆਂ ਨਹੀਂ ਪਿਛਲੀਆਂ ਬੋਲਦੇ। ਇਹ ਹੈ ਕਾਮੇ ਕ੍ਰੋਧੇ ਨਗਰ ਬਹੁ ਭਰਿਆ। ਨਗਰ ਸਾਡਾ ਜਿਸਮ ਹੈ। ਔਰ ਜਿੱਥੇ ਇਹ ਸਾਰੀ ਬਾਣੀ 'ਚ ਰੂਲ ਚੱਲੇਗਾ ਵੀ ਜਿੱਥੇ ਇਹ ਪੰਜੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ ਇਹ ਚੰਡਾਲ ਚੌਂਕੜੀ ਇਕੱਠੀ ਵਰਤਦੀ ਹੈ। ਲੇਕਿਨ ਬਾਣੀ ਕਿਉਂਕਿ ਗੀਤ ਹੈ, ਇਹਦੇ 'ਚ ਦੋ ਹੀ ਆ ਸਕੇ। ਇੱਥੇ ਕਾਮ ਕ੍ਰੋਧ ਕਿਤੇ 3 ਲਿਖੇ ਹੋਣਗੇ, ਕਿਤੇ 2, ਕਿਤੇ 4, ਕਿਤੇ ਪੰਜੇ ਦੀ ਪੰਜੇ ਵੀ ਲਿਖੇ ਹੋਣਗੇ। ਉਹ ਜਿਹੜਾ ਗੀਤ ਹੈ, ਕਵਿਤਾ ਹੈ, ਉਹਦੇ ਹਿਸਾਬ ਦੇ ਨਾਲ ਇਹ ਸਾਰੀ ਚੀਜ਼ ਹੋ ਰਹੀ ਹੈ। ਇਸ ਕਰਕੇ ਗੀਤ ਦੇ ਵਿੱਚ ਕਾਮ ਕ੍ਰੋਧੇ ਔਰ ਕਾਮ ਮੇ ਕ੍ਰੋਧੇ ਇਹਨਾਂ ਦੇ ਨਾਲ ਮੇਰਾ ਜਿਸਮ ਭਰਿਆ ਪਿਆ ਹੈ, ਨਗਰ ਬਹੁ ਭਰਿਆ। ਕੋਈ ਸਾਧੂ ਮਿਲੇ ਅੰਦਰ ਅਤੇ ਉਹ ਟੋਟੇ ਟੋਟੇ ਕਰਦੇ, ਲੇਕਿਨ ਅੰਦਰ ਨਹੀਂ ਲਿਖਿਆ। ਇਹ ਅਸੀਂ ਆਮ ਸਾਧੂ ਬਾਹਰ ਰਿਅਲ ਲੱਭਣ ਤੁਰ ਪੈਂਦੇ ਹਾਂ ਵੀ ਕੋਈ ਸਾਧੂ ਮਿਲੇ ਤਾਂ ਸਾਡੇ ਵੱਸ ਆਉਣਗੇ ਪੰਜੇ। ਇਹ ਜਿਹੜਾ ਸਾਧੂ ਦਾ ਲਫ਼ਜ਼ ਹੈ, ਇਹ ਐਸਾ ਜ਼ਰੂਰੀ ਹੈ ਖੋਲ੍ਹਣਾ ਵੀ ਅਸੀਂ ਟਪਲਾ ਖਾ ਜਾਂਦੇ ਹਾਂ। ਕਿਉਂਕਿ ਸਾਡਾ ਜਿਹੜਾ ਸਾਧੂ ਸੰਤ ਇਹ ਦੇਹ 'ਚ ਨਹੀਂ ਹੈ, ਸਾਡਾ ਸਤਿਗੁਰ ਦੇਹ 'ਚ ਨਹੀਂ ਹੈ। ਇਸ ਕਰਕੇ ਸਾਧੂ ਸੰਤ ਦੀ ਦੇਹ ਨਹੀਂ ਹੈ ਸਾਡੇ ਗਿਆਨ 'ਚ। ਉਹ ਅੰਦਰਲਾ ਸਾਧੂ ਸੱਚਾ ਅਤੇ ਸ਼ਬਦ ਰੂਪੀ ਹੈ। ਇਹ ਸਾਧੂ ਜਿਹੜਾ ਨਿਖੇਰਨਾ ਹੈ, ਇਹ ਐਡਾ ਜ਼ਰੂਰੀ ਹੈ ਵੀ ਸਾਰੀ ਸਿੱਖੀ ਇਸ ਸਾਧੂ ਦਾ ਟਪਲਾ ਖਾ ਕੇ। ਔਰ ਅੱਜ ਸੇ ਤਾਂ ਜਿੰਨੇ ਵੀ ਭਲੇ ਪੁਰਸ਼ੇ ਹੋਏ ਆ ਨਾਮ ਜਪਣ ਵਾਲੇ, ਸਾਰੇ ਕਹਿੰਦੇ ਦੇਖੋ ਜੀ ਸਾਧੂ ਦੀ ਤਾਂ ਲੋੜ ਹੈ ਹੀ ਹੈ ਨਾ। ਗੁਰੂ ਕਾਲ ਵੇਲੇ ਗੱਲ ਨਹੀਂ ਸੀ। ਗੁਰੂ ਕਾਲ ਵੇਲੇ ਸਾਰੇ ਭਾਈ ਕਹਿਲਾਉਂਦੇ ਸੀ ਆਪਸ 'ਚ। ਇਹ ਹੁਣੇ ਜੇ ਗੱਲ ਤੁਰੀ ਹੈ, ਕਿਉਂਕਿ ਸਾਰੇ ਹੀ ਇਹ ਨਾਮ ਜਪਣ ਵਾਲੇ ਸਾਰੇ ਹੀ ਅੱਛੇ ਲੋਕ ਨੇ, ਲੇਕਿਨ ਬਾਣੀ ਦੇ ਹਿਸਾਬ ਦੇ ਨਾਲ ਉਹ ਦੇਹ 'ਚ ਨੇ। ਸਾਡਾ ਸਾਧੂ ਦੇਹ 'ਚ ਨਹੀਂ ਹੈ, ਸਤਿਗੁਰ ਦੇਹ 'ਚ ਨਹੀਂ ਹੈ, ਸੰਤ ਦੇਹ 'ਚ ਨਹੀਂ ਹੈ। ਜਿਹੜਾ ਸਿੰਗੂਲਰ ਹੋਵੇ, ਬਹੁ ਵਚਨ ਹੋਰ ਗੱਲ ਹੈ, ਉਹ ਵਰਾ ਸਕਦੇ ਹਾਂ ਅਸੀਂ ਸਾਰਿਆਂ ਸੰਤਾਂ ਸਾਧੂਆਂ 'ਤੇ, ਨਾਮ ਜਪਣ ਵਾਲਿਆਂ 'ਤੇ,
पर एक साधु जिथे होवे, कल्ला संत होवे, कल्ला सतगुरु होवे, ਉਹ ਇੱਕੋ ਹੀ ਗੱਲ ਹੈ। ਸੰਤ ਇਜ਼ ਇਕੁਅਲ ਟੂ ਸਾਧ ਇਜ਼ ਇਕੁਅਲ ਟੂ ਸਤਿਗੁਰੂ, ਜਿਹਦੀ ਦੇਹ ਨਹੀਂ ਔਰ ਸਾਨੂੰ ਉਹ ਅੰਦਰ ਮਿਲਣਾ ਹੈ। ਕਿਉਂਕਿ ਅੰਦਰ ਹੀ ਪੰਜ ਦੁਸ਼ਮਣ ਹੈ। ਉਹਨਾਂ ਨਾਲ ਜਦੋਂ ਉਹਦੇ ਮੁਬਾਰਕ ਕਦਮ ਆਉਣ ਲੱਗ ਪਏ ਔਰ ਇਹ ਸਾਧੂ ਸਾਨੂੰ ਮਿਲਣ ਲੱਗ ਪਿਆ, ਪਹਿਲਾਂ ਥੋੜ੍ਹਾ ਜਿਹਾ ਆਏਗਾ, ਯਕ ਲਖਤ ਨਹੀਂ ਇਹ ਵਿਅਕਤੀ ਪੂਰੀ ਸ਼ਕਤੀ ਆਉਂਦੀ ਅੰਦਰ, ਕਿਉਂਕਿ ਉਹ ਆਏਗੀ ਅਤੇ ਭੱਜਣੇ ਸ਼ੁਰੂ ਹੋ ਜਾਣਗੇ, ਸਾਡੇ ਵੱਸ ਆਉਣੇ ਸ਼ੁਰੂ ਹੋ ਜਾਣਗੇ। ਸੋ ਜਿਹੜਾ ਸਾਧੂ ਹੈ ਉਹ ਹੈ ਇਸੇ ਦੀ, ਸਾਧੂ ਦੀ ਸੰਗਤ ਨੂੰ ਹੀ ਸਾਧ ਸੰਗਤ ਕਿਹਾ ਹੈ, ਸੰਤ ਦੀ ਨੂੰ ਸੰਤ ਸੰਗਤ ਕਿਹਾ ਹੈ। ਬਾਹਰ ਨਿਰੀ ਸੰਗਤ ਹੈ, ਅੰਦਰ ਸੰਤ ਸੰਗਤ, ਸਾਧ ਸੰਗਤ ਅਤੇ ਸਾਧੂ ਦੀ ਸੰਗਤ ਹੈ, ਸਾਧ ਸੰਗਤ। ਇਹ ਜਿਹੜਾ ਅੰਦਰ ਆਉਣਾ ਹੈ ਇਹ ਥੋੜ੍ਹਾ ਹੋਣਾ ਔਰ ਉਹਦੀ ਕਿਰਪਾ ਨਾਲ ਆਉਣਾ ਹੈ, ਅਕਾਲ ਪੁਰਖ ਦੀ ਨਾਲ। ਔਰ ਕਿਰਪਾ ਵੀ ਉਹ ਸਾਰਿਆਂ 'ਤੇ ਨਹੀਂ ਕਰ ਦਿੰਦਾ। ਜਿਹੜਾ ਵਿਲਾਖੀ ਜਨ ਬਾਣੀ ਨਾਲ ਲੱਗਾ ਹੋਵੇ, ਪਾਠ ਕਰ ਰਿਹਾ ਹੈ, ਧਰਮ ਦੇ ਰਾਸਤੇ 'ਤੇ ਪਿਆ ਹੋਏ, ਉਹਦੇ 'ਤੇ ਕਿਰਪਾ ਕਰਦਾ ਹੈ। ਇਸ ਕਰਕੇ ਸਾਡੇ ਕਈ ਸਵਾਲ ਆ ਰਹੇ ਜੀ, ਪਾਠ ਕਰਨ ਦਾ ਫਿਰ ਕੋਈ ਫਾਇਦਾ ਨਹੀਂ ਹੈ ਜਾਂ ਸਾਰਾ ਨਹੀਂ। ਭਾਈ ਜਿਹੜੀ ਮਿਹਰ ਹੋਣੀ ਹੈ ਉਹਨੇ ਆਮ ਬਾਜ਼ਾਰੀ ਬੰਦੇ ਨੂੰ ਫੜ ਕੇ ਨਹੀਂ ਉਹਨੇ ਉਹ ਕਲਾ ਵਰਤਾ ਸਕਦੀ, ਉਹਨਾਂ 'ਤੇ ਆਉਣੀ ਜਿਹੜੀ ਇਸ ਰਾਸਤੇ 'ਤੇ ਪਏ ਹੈ। ਲੇਕਿਨ ਸਾਰੀ ਬਾਣੀ ਇਹ ਕਹਿੰਦੀ ਹੈ ਕੱਖ ਨਹੀਂ ਮਿਲੇਗਾ ਜੇ ਤੁਸੀਂ ਸਮਝ ਕੇ ਨਹੀਂ ਬਾਣੀ ਕਰੋਗੇ, ਡੀਰੇਲ ਹੋ ਜੋ, ਹੋਰ ਹੀ ਬੰਨੇ ਚਲੇ ਜਾਓ, ਹੋਰ ਹੀ ਸਾਧੂਆਂ ਦੇ ਪਿੱਛੇ ਤੁਰੇ ਫਿਰੋਗੇ। ਇਸ ਕਰਕੇ ਅਸੀਂ ਬਾਰ-ਬਾਰ ਤਾਂ ਇਹ ਲਫ਼ਜ਼ ਖੋਲ੍ਹ ਰਹੇ ਹਾਂ ਵੀ ਇਹ ਜਿਹੜੀ ਟਰਮਨੋਲੋਜੀ ਗਲਤ ਹੋ ਰਹੀ ਹੈ। ਸੰਤ ਸਾਧ ਅਤੇ ਸਤਿਗੁਰੂ ਦੀ ਇੱਕੋ ਹੀ ਵਿਅਕਤੀ ਹੈ ਔਰ ਉਹਨੂੰ ਅੰਦਰ ਅਸੀਂ ਸਭ ਕੁਝ ਦੇਖਣਾ। ਬਾਹਰ ਅੱਜ ਆਪਣਾ ਬਾਣੀ ਦਾ ਹੁਕਮ ਹੈ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਇਹ ਬਾਹਰਲਾ ਸਾਧੂ ਨਹੀਂ ਹੈ, ਕਿਰਪਾ ਕਰੇ ਜਿਸ ਪਾਰ, ਕਿਉਂਕਿ ਅਗਲੀਆਂ ਲਾਈਨਾਂ 'ਚ ਡਿਸਿਪਲਿਨ ਇਹ ਰਿਲੇਟਿਵ ਗਿਆਨ ਹੈ। ਹਿੰਦੂਆਂ ਦੇ ਸਾਧੂ ਇੱਦਾਂ, ਉਹਨਾਂ ਲਈ ਸਾਰਾ ਕੁਝ ਹੁੰਦਾ ਸੀ ਔਰ ਯੁੱਗ ਨੂੰ ਪਲਟਾ ਦੇਣਾ ਸੀ। ਇਸ ਕਰਕੇ ਥਾਂ ਸਾਧੂ ਵੀ ਲਿਖਿਆ ਹੋਊ, ਸੰਤ ਵੀ ਲਿਖਿਆ, ਉਹਦੇ ਫਾਇਦੇ ਜਿੱਦਾਂ ਗੌੜੀ ਸੁਖਮਣੀ ਦੀਆਂ ਸਾਰੇ ਜਿਹੜੇ ਪਾਠ ਚੱਲਦੇ ਸਾਧ ਸੰਤ ਅਤੇ ਵੀ ਉਹਦਾ ਸਾਰਾ, ਲੇਕਿਨ ਉਹ ਇਕੱਲੀ ਵਿਅਕਤੀ ਜਿਹੜੀ ਹੈ ਉਹਦੇ ਵਾਲੀ ਇਸ਼ਾਰਾ ਹੈ। ਇਸ ਕਰਕੇ ਜਿਹੜਾ ਸਾਧੂ ਦਾ ਮਿਲਣਾ ਹੈ ਉਹ ਅੰਦਰ ਸਾਡੇ ਆਉਣਾ, ਪਹਿਲਾਂ ਥੋੜ੍ਹਾ ਜਿਹਾ ਆਉਣਾ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰਸਿਓ ਰੰਗ। ਹੁਣ ਇਹ ਨਹੀਂ ਵੀ ਉਹ ਸਾਧੂ ਦੇ ਡੇਰੇ 'ਤੇ ਜਾਣਾ ਸ਼ੁਰੂ ਕਰ ਦਿਆ ਜਿਉਂ ਜਿਉਂ ਉਹ ਵਧਾਵਾਂਗੇ, ਨਹੀਂ। ਉਹਦੇ ਅੰਦਰ ਪਹਿਲਾਂ ਥੋੜ੍ਹਾ ਜਿਹਾ ਆਉਣਾ, ਤੁਹਾਨੂੰ ਚੇਂਜ ਦਾ ਪਤਾ ਲੱਗ ਜਾਣਾ ਤੁਹਾਡੇ ਅੰਦਰ ਵੀ ਹਾਂ ਇੱਥੇ ਕੋਈ ਚੀਜ਼ ਕਾਹੇ ਚੀਜ਼ ਹੋ ਗਈ, ਅੰਦਰ ਕੋਈ ਚੀਜ਼ ਆ ਗਈ। ਉਹ ਜਿਹੜੀ ਆਉਣੀ ਉਹ ਪਹਿਲਾਂ ਥੋੜ੍ਹੀ ਜਿਹੀ ਆਉਣੀ ਹੈ। ਭੋਰਾ ਕੀ, ਜਿਹਨੂੰ ਭੋਰੀ ਦਰਸ਼ਨ ਦੀਜੇ, ਸੋਹਰਾ ਜੀ ਚੀਜ਼ ਆਉਣੀ ਹੈ, ਉਹਨੂੰ ਫਿਰ ਵਧਾਉਣਾ ਪੈਂਦਾ। ਗਾਂ ਵਿਆਸ ਦੀ ਕਮਾਈ ਨਾ ਜੂ ਜੂ ਵੱਧਦੀ, ਜੂ ਜੂ ਰੰਗ ਹੋਰ ਚੜ੍ਹਦਾ। ਤੋ ਕਿਰਪਾ ਕਰੇ ਜਿਸ ਪਾਰ ਬ੍ਰਹਮ, ਜਿਹਨੂੰ ਮਿਲਣਾ ਅਸੀਂ ਅੰਦਰ, ਉਹ ਥੋੜ੍ਹਾ ਜਿਹਾ ਸਤਿਗੁਰੂ ਅੰਦਰ ਆਏਗੀ, ਥੋੜ੍ਹਾ ਜਿਹਾ ਉਹ ਸੰਤ ਆਏਗਾ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਏ ਜਿਹੜੀ ਚੀਜ਼ ਹੈ ਨਾ, ਇਹਦਾ ਮਤਲਬ ਪਹਿਲਾਂ ਥੋੜ੍ਹਾ ਹੋਣਾ, ਫਿਰ ਗਾਂ ਤੋਂ ਗਾਂ ਪਾਰ ਬ੍ਰਹਮ ਦੀ ਕਿਰਪਾ ਨਾਲ, ਅਭਿਆਸ ਦੀ ਕਮਾਈ ਨਾਲ, ਉਹਦੀ ਗੁਰਪ੍ਰਸਾਦ ਨਾਲ ਵਧਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਇਹ ਜਿਹੜਾ ਸਾਧੂ ਅੰਦਰ ਆਉਣਾ ਇਹ ਉਹਦੇ ਵੱਲ ਇਸ਼ਾਰਾ ਹੈ। ਕਾਮੇ ਕਰੋ ਦੇ ਨਗਰ ਬਹੁ ਭਰਿਆ, ਮੇਲੇ ਸਾਧੂ ਖੰਡਲ ਖੰਡਾ ਹੈ। ਅਸੀਂ ਪਾਠ ਕਰ ਲੈਂਦੇ ਹਾਂ, ਕਾਮ ਕ੍ਰੋਧ ਨਗਰ ਬਹੁ ਭਰਿਆ, ਮੇਲੇ ਸਾਧੂ ਖੰਡਲ ਖੰਡਾ ਹੈ। ਸਾਰਾ ਕੁਛ ਮਿਲ ਜੂਗਾ ਕਿਸੇ ਨੂੰ ਜੇ ਪਾਠ ਦੇ ਮੁਤਾਬਕ ਅਸੀਂ ਕੰਮ ਨਾ ਕੀਤਾ। ਇਸ ਕਰਕੇ ਮਿਲੇ ਸਾਧੂ, ਉਸ ਨੂੰ ਅੰਦਰ ਮਿਲਣਾ ਇਹ ਨਹੀਂ ਹੈ ਵੀ ਉਹਦੀ ਇੰਟਰਵਿਊ ਲੈਣੀ ਜਾਂ ਤੁਸੀਂ ਆਈ ਆ ਮੈਟ ਸਾਧੂ। ਮਿਲਣਾ ਕੀ ਹੈ? ਪਾਣੀ 'ਚ ਪਾਣੀ ਮਿਲ ਜਾਂਦਾ, ਜਿੱਦਾਂ ਜੋਤ ਮਿਲ ਜਾਂਦੀ ਹੈ, ਉਹ ਮਿਲਣਾ। ਇਹ ਗੁਰੂ ਅੰਗਦ ਸਾਹਿਬ
ਪਹਿਲਾ ਸਿੱਖ ਗੁਰੂ ਨਾਨਕ ਨੇ ਜਿਹੜਾ ਘੜਿਆ ਔਰ ਗੱਦੀ ਲੈ ਗਿਆ। ਗੁਰੂ ਅੰਗਦ ਸਾਹਿਬ ਆਪਣੀ ਆਸਾ ਦੀ ਵਾਰ ਦੀ ਰੋਜ਼ ਸਲੋਕ 'ਚ ਕਹਿੰਦੇ ਆ ਵੀ ਮਿਲਣਾ ਕੀ ਆ। ਉਹ ਕਹਿੰਦੇ ਚਾਕਰ ਲੱਗੇ ਚਾਕਰੀ ਨਾਲੇ ਗਰਭ ਆ। ਨਾਲੇ ਤੂੰ ਕਹਿੰਦਾ ਮੈਂ ਰੱਬ ਦਾ ਚਾਕਰ ਨਾ, ਨਾਲੇ ਤੇਰੇ 'ਚ ਗਰਭ ਹੈ ਔਰ ਬਾਦ ਬਬਾਦ ਕਰਦਾ ਤੂੰ। ਚਾਕਰ ਲੱਗੇ ਚਾਕਰੀ ਨਾਲੇ ਗਾਰਬਾਦ, ਗੱਲਾਂ ਕਰੇ ਘਨੇਰੀਆਂ। ਗੱਲਾਂ ਕਰੀ ਜਾਂਦਾ ਪਰ ਖਸਮਾਂ ਨਾਲ ਤੇਰੇ 'ਚ ਗੱਲਾਂ ਕਰਨ ਨਾਲ ਸਵਾਦ ਨਹੀਂ ਆ ਤੇਰੇ ਅੰਦਰ ਆਉਣਾ। ਪਾਠ ਪੜ੍ਹਨਾ, ਗੱਲਾਂ ਕਰਨਾ, ਸਾਰਾ ਜਿੰਨਾ ਕੰਮ ਹੈ ਨਾਮ ਜਪਣ ਤੂੰ ਬਗੈਰ ਸਾਰੀਆਂ ਗੱਲਾਂ ਹੀ ਹੈ। ਭਾਵੇਂ ਉਹ ਨਾਮ ਵੱਲ ਲਾਉਂਦੀਆਂ ਕੁਛ ਹੈ ਪਰ ਤੂੰ ਗੱਲਾਂ ਕਰੇ ਘਨੇਰੀਆਂ। ਖਸਮਾਂ ਨਾ ਪਾਏ ਸਾਧ, ਖਸਮਾਂ ਨਾਲ ਤੇਰੇ 'ਚ ਸਵਾਦ ਨਹੀਂ ਪਾਉਣਾ। ਆ ਮਤਲਬ ਅਸੀਂ ਇਹਦਾ ਉਲਟਾ ਕਰਨਾ ਵੀ ਤੂੰ ਖਸਮ ਦਾ ਸਵਾਦ ਤੇ ਨਹੀਂ ਲੈ ਸਕਦਾ। ਉਹ ਨਹੀਂ, ਖਸਮ ਨਾ ਪਾਉਣਾ ਹੀ ਨਹੀਂ ਸਵਾਦ ਤੇਰੀ। ਚਾਕਰ ਲੱਗੇ ਚਾਕਰੀ ਨਾਲੇ ਗਰਭਬਾਦ, ਨਾਲੇ ਗਰਭ ਕਰਦਾ ਨਾਲੇ ਬਾਦ ਬਬਾਦ ਕਰਦਾ। ਚਾਕਰ ਲੱਗੇ ਚਾਕਰੀ ਨਾਲੇ ਚਾਕਰੀ ਹੈ ਨਾਮ ਜਪੀ ਜਾਣਾ, ਨਾਲੇ ਗਰਭਬਾਦ ਗੱਲਾਂ ਕਰੇ ਘਨੇਰੀਆਂ। ਖਸਮ ਨਾ ਪਾਏ ਸਾਧ, ਕੀ ਕਰਾਂ ਫਿਰ? ਆਪ ਗਵਾਏ। ਸੇਵਾ ਇਹ ਨਹੀਂ ਹੈ ਵੀ ਗਾਗਰ ਢੋਣ ਲੱਪਣਾ ਜਾਂ ਕੋਈ ਹੱਥ ਫਿਜ਼ਿਕ। ਸੇਵਾ ਹੈ ਨਾਮ ਜਪਣਾ ਸਾਡੇ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਕਰੋ। ਉਹਦੇ ਵਿੱਚ ਹੀ ਮਿਲ ਜਾਵੇ ਜਿਸ ਚੀਜ਼ ਨੂੰ ਲੱਗਾ। ਅਸੀਂ ਇਹਦੀ ਆਮ ਕਹਾਣੀ ਬਣਾ ਦਿੰਦੇ ਹਾਂ। ਕਦੇ ਕਥਾ ਕਹਾਣੀਆਂ ਝੂਠੀਆਂ ਹੈ। ਜਿੰਨਾ ਕੁ ਉਹਨਾਂ ਦਾ ਲੈਵਲ ਹੈ ਕਵੀਆਂ ਦਾ, ਜਿਨ੍ਹਾਂ ਨੇ ਕਹਾਣੀਆਂ ਲਿਖੀਆਂ ਸੂਰਜ ਪ੍ਰਕਾਸ਼ ਦੀਆਂ, ਸਾਰਾ ਕਵੀ ਸੰਤੋਖ ਸਿੰਘ, ਸਾਰੇ ਜਿੰਨੇ ਕਵੀ ਹੋਏ ਉਹ ਆਪਣੇ ਹਿਸਾਬ ਨਾਲ ਕਹਾਣੀ ਲਿਖਦੇ, ਆਪਣੇ ਲੈਵਲ ਦੇ ਹਿਸਾਬ ਨਾਲ। ਵੀ ਜੀ ਉਹ ਜੀ ਗੁਰੂ ਨਾਨਕ ਮੂਰਤੀ ਬਣ ਗਏ। ਗੁਰੂ ਅੰਗਦ ਐਸਾ ਮਿਲਿਆ, ਗੁਰੂ ਨਾਨਕ ਦੇ ਵਿੱਚ ਹੀ ਮਿਲ ਗਿਆ। ਉਹ ਸਾਡਾ ਟੀਚਾ ਗੁਰੂਆਂ 'ਚ ਮਿਲਣ ਦਾ, ਸਾਡਾ ਟੀਚਾ ਤੇ ਰੱਬ 'ਚ ਮਿਲਣ ਦਾ। ਸਾਡਾ ਗੋਲ ਨਹੀਂ ਹੈ ਵੀ ਕਿਸੇ ਗੁਰੂ ਦਾ ਉਹਨਾਂ ਨੇ ਤੇ ਉੱਤੇ ਨਾਂ ਨਹੀਂ ਲਿਖੇ, ਮਹੱਲੇ ਚੱਲਣਗੇ। ਉਹ ਗੱਲ ਜਿਹੜੀ ਕਰਦੇ ਆ ਕਹਾਣੀਆਂ ਵਾਲੇ, ਉਹ ਸਾਰੀ ਇਹੋ ਕਰਦੇ ਜੀ ਗੁਰੂ ਨਾਨਕ ਰੂਪੀ ਹੋ ਗਏ ਔਰ ਵਿੱਚੇ ਹੀ ਮਿਲ ਗਏ ਬਾਬੇ ਦੇ। ਗਲਤ ਗੱਲ ਹੈ, ਕਹਾਣੀ ਨਹੀਂ ਹੈ। ਮਿਲਿਆ ਜਿੱਦਾਂ ਪਾਣੀ 'ਚ ਪਾਣੀ, ਪਰ ਜਿਸ ਨੂੰ ਲੱਗਾ। ਅਸੀਂ ਖਸਮ ਨੂੰ ਲੱਗੇ ਹਾਂ। ਰੱਬ ਇੱਕ ਦੇ ਪੁਜਾਰੀਆਂ, ਗੁਰੂ ਨਾਨਕ ਦੇ ਵਿੱਚ ਨਹੀਂ ਅਸੀਂ ਮਿਲਣਾ। ਕਿਤੇ ਨਿਸ਼ਾਨ ਨਹੀਂ ਆ ਬਾਣੀ ਦੇ ਵਿੱਚ ਵੀ ਤੂੰ ਨਾਨਕ ਨੂੰ ਮਿਲ। ਇਹ ਅਸੀਂ ਇਹਨਾਂ ਚੀਜ਼ਾਂ ਤੋਂ ਜੋੜ ਕਰਕੇ ਜੀ ਰੱਬ ਨੂੰ ਤਾਂ ਮਿਲਣਾ, ਪਰ ਵਿੱਚ ਜਿਹੜਾ ਸਾਧੂ ਚਾਹੀਦਾ ਉਹ ਆਪ ਸਾਧੂ ਬਣ ਬੈਠੇ ਨਹੀਂ। ਅਸੀਂ ਉਹਦੇ ਵਿੱਚ ਮਿਲਣਾ ਹੈ। ਕਿਹਦੇ ਵਿੱਚ? ਜਿਹਨੂੰ ਲੱਗੇ। ਲੱਗੇ ਕੌਣ ਹੈ? ਕਿਹਨੂੰ ਲੱਗਣਾ? ਸਾਡਾ ਗੋਲ ਰੱਬ ਹੈ, ਪਰਮੇਸ਼ਰ ਹੈ। ਉਹਦੇ ਵਿੱਚ ਅਸੀਂ ਮਿਲਣਾ, ਕਿਉਂਕਿ ਨਾਨਕ ਦਾ ਗੋਲ ਰੱਬ ਹੈ। ਔਰ ਉਹੀ ਬਾਬਾ ਨਾਨਕ ਹੀ ਲਿਖਦਾ, ਸਤਿਗੁਰ ਸਾਧ ਨਾ ਸੇਵਿਆ ਹਰ ਭਗਤੇ ਨਾ ਭਾਈ। ਬਿਨ ਨਾਵੇਂ ਕਿਆ ਜੀਵਣਾ ਫਿੱਟ ਤ੍ਰਿਗ ਚਤਰਾਈ ਰਹਾਓ। ਬਾਬੇ ਨਾਨਕ ਦੇ ਸ਼ਬਦ ਤੋਂ ਸਾਧੂ ਦੇਖਣਾ। ਹੁਣ ਬਾਬਾ ਨਾਨਕ ਆਪਣੇ ਆਪ ਨੂੰ ਕਹਿ ਸਕਦਾ ਵੀ ਮੈਂ ਮੇਰੇ ਬਗੈਰ ਨਹੀਂ ਕੋਈ ਮਿਲ ਸਕਦਾ, ਜਿੱਦਾਂ ਅੱਜ ਕੱਲ੍ਹ ਦੇਹਧਾਰੀ ਸਾਰੇ ਬੈਠ ਕੇ ਕਹਿ। ਬਾਬੇ ਨਾਨਕ ਦਾ ਸਾਡੇ ਕੋਲ ਸ਼ਬਦ ਹੋਵੇ ਕਈ ਸਤਿਗੁਰ ਸਾਧ, ਇੱਕੋ ਚੀਜ਼ਾਂ ਦੋਨਾਂ ਨੂੰ ਔਂਕੜ ਹੈ। ਸਤਿਗੁਰ ਸਾਧ ਨਾ ਸੇਵਿਆ, ਉਹ ਜਿਸਮ ਨਹੀਂ ਹੈ, ਉਹਦੀ ਸੇਵਾ ਸਪਿਰਿਚੁਅਲ ਹੈ, ਸ਼ਬਦ ਨਹੀਂ ਹੋਣੀ ਹੈ। ਸਤਿਗੁਰ ਸਾਧ ਦੀ ਸੇਵਾ ਤੂੰ ਨਾਮ ਜਪ ਕੇ ਕੀਤੀ ਨਹੀਂ। ਔਰ ਇੱਕੋ ਵਿਅਕਤੀ ਹੈ ਸਤਿਗੁਰ ਸਾਧ ਨਾ ਸੇਵਿਆ, ਤੈਨੂੰ ਭਗਤੀ ਭਾਉਂਦੀ ਨਹੀਂ ਹੈ। ਹਰ ਭਗਤੇ ਨਾ ਭਾਈ, ਤੈਨੂੰ ਭਾਉਂਦੀ ਨਹੀਂ ਹੈ ਭਗਤੀ ਨਾਮ ਜਪਣ ਵਾਲੀ। ਉਹ ਸਾਧੂ ਦੇ ਵਿੱਚ ਕਿੱਦਾਂ ਮਿਲੇਗਾ? ਸਤਿਗੁਰ ਸਾਧ ਨਾ ਸੇਵਿਆ ਹਰ ਭਗਤੇ ਨਾ ਭਾਈ। ਬਿਨ ਨਾਵੇਂ ਕਿਆ ਜੀਵਣਾ। ਫਿੱਟ ਅੱਗੇ ਤ੍ਰਿਗ ਪਾ ਗਏ। 100 ਫਿੱਟ ਮੂੰਹ ਜਮ੍ਹਾਂ ਕਰੋ ਤੇ ਇੱਕ ਤ੍ਰਿਗ ਬਣਦੀ। ਬਾਬਾ ਨੇ ਦੋਨੋਂ ਲਿਖ ਦਿੱਤੀਆਂ। ਫਿੱਟ ਤ੍ਰਿਗ ਚਤਰਾਈ, ਬਾਕੀ ਜਿੰਨੀ ਤੂੰ ਚਤਰਾਈ ਕਰ ਰਿਹਾ ਸਭ ਕੁਛ ਇਸ ਗਿਆਨ ਦੇ ਉੱਤੇ ਨਾਮ ਜਪ। ਔਰ ਮਿਲਣਾ ਕਿਹਨੂੰ ਹੈ? ਟੀਚਾ ਸਾਡਾ ਗੋਲ ਹੈ ਰੱਬ ਨਾਲ। ਹਰ ਗੁਰੂ ਹਰ ਸ਼ਬਦ ਸਿੱਧਾ ਰੱਬ ਨਾਲ ਸਾਡੇ ਨਾਲ ਜੋੜਦਾ। ਇਸ ਕਰਕੇ ਸਾਡਾ ਉਸ ਨਾਲ ਮਿਲਣਾ ਜਿਹਦੀ ਦੇਹ ਨਹੀਂ ਹੈ ਔਰ ਉਹਦੇ ਵਿੱਚ ਮਿਲਣਾ ਹੈ। ਔਰ ਰਾਹ ਦੇ ਵਿੱਚ ਜਿਹੜਾ ਸਤਿਗੁਰੂ ਹੈ ਉਹ ਵਿਚੋਲਾ ਹੈ। ਉਹਨੂੰ ਸਾਧੂ ਕਿਹਾ ਸਤਿਗੁਰੂ ਨੂੰ।
ਕਹਿੰਦੇ ਤੂੰ ਜੇ ਉਹ ਸਤਿਗੁਰੂ ਤੇਰੇ ਅੰਦਰ ਆਉਣਾ ਸ਼ੁਰੂ ਹੋ ਗਿਆ ਹੈ, ਪੰਜਿਆਂ ਦੇ ਟੋਟੇ ਟੋਟੇ ਹੋ ਜਾਣੇ। ਇਸ ਕਰਕੇ ਟੀਚਾ ਸਾਡਾ ਹੈ ਮਿਲੇ ਸਾਧੂ ਖੰਡਲ ਖੰਡਾ। ਉਹ ਸਾਧੂ ਕੀ ਹੈ? ਅਸੀਂ ਇਸੇ ਦੋਹਾਂ ਲਾਈਨਾਂ ਨੂੰ ਕਲੀਅਰ ਕਰਦੇ ਹਾਂ ਵੀ ਜਿਹੜਾ ਸਾਧੂ ਹੈ ਉਹਦੀ ਦੇਹ ਨਹੀਂ ਹੈ, ਲੇਕਿਨ ਜਿੱਥੇ ਸਾਧੂ ਆਇਆ ਹੈ ਉਹ ਐਸੀ ਚੀਜ਼ ਹੈ ਵੀ ਜੇ ਅਸੀਂ ਸ਼ਬਦਾਂ ਨੂੰ ਸ਼ਬਦਾਂ ਨਾਲ ਖੋਲਾਂਗੇ, ਜੇ ਕਹਾਣੀਆਂ ਨਾਲ ਖੋਲ੍ਹਣਾ ਤੇ ਸੂਰਜ ਪ੍ਰਕਾਸ਼ ਦੀਆਂ ਬਥੇਰੀਆਂ ਕਹਾਣੀਆਂ ਪਈਆਂ ਜਿੱਦਾਂ ਮਰਜ਼ੀ ਸਮਝ, ਉਹ ਸਾਰੀਆਂ ਗਲਤ ਹੈ। ਉਹਨਾਂ ਦਾ ਆਪਣਾ ਲੈਵਲ ਹੈ ਕਹਾਣੀਆਂ ਲਿਖਣ ਵਾਲਿਆਂ ਦਾ, ਸ਼ਬਦ ਦਾ ਲੈਵਲ ਹੋਰ ਹੈ। ਅਸੀਂ ਦੂਸਰਾ ਸ਼ਬਦ ਲੈਂਦੇ ਹਾਂ ਗੁਰੂ ਰਾਮਦਾਸ ਸਾਹਿਬ ਜੀ ਦਾ ਮਹੱਲਾ ਚੌਥਾ। ਉਹ ਕਹਿੰਦਾ ਮੈਨੂੰ ਐਸਾ ਸਾਧੂ ਦੇ ਜਿਹਦੇ ਨਾਲ ਦੇਖਣ ਨਾਲ ਹੀ ਮੇਰੇ ਪਾਪ ਨੱਸ ਜਾਣ। ਉਹਨੇ ਬਾਹਰਲਾ ਬੰਦਾ ਨਹੀਂ ਹੈ। ਰਹਾਓ ਦੀ ਤੁਕ ਅਸੀਂ ਸਿਰਫ ਕਹਾਂਗੇ ਔਰ ਉਹੀ ਪੰਜ ਲੱਗੇ ਐ ਇਸ ਪੰਜਾਂ ਅੰਦਰ ਵੈਰੀ ਹੈ, ਉਹਨਾਂ ਕੋਲ ਮੈਂ ਕਿੱਦਾਂ ਬਚਾਂ? ਤੋ ਸ਼ਬਦ ਸ਼ੁਰੂ ਰਹਾਓ ਦੀ ਤੁਕ ਹੈ ਮਾਧੋ ਸਾਧੂ ਜਨ ਦੇਹੋ ਮਲਾਏ। ਮਾਧੋ ਰੱਬ ਨੂੰ ਕਿਹਾ, ਵਿੱਚ ਵਿਚੋਲੇ ਬਗੈਰ ਮਿਲਣਾ ਨਹੀਂ ਰੱਬ ਨਾਲ। ਪਹਿਲਾਂ ਸਤਿਗੁਰੂ ਰਾਹ 'ਚ ਹੈ। ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਦੇਖਿਆ ਨਹੀਂ ਲਿਖਿਆ। ਡਿੱਠਣਾ ਅੰਦਰ ਹੈ, ਦੇਖਣਾ ਬਾਹਰ ਹੈ। ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਆਪਣੇ ਨਾਲ ਨਹੀਂ ਉਹਨੇ ਮਿਲਣਾ, ਮੇਲੇ ਪ੍ਰਭੂ। ਔਰ ਦਰਗਾਹ ਦਾ ਵੀ ਵਕੀਲ ਆ, ਉਹ ਦਰਗਾਹ 'ਚ ਵੀ ਤਦ ਤੱਕ ਜਾਣਾ ਉਹ ਸਾਧੂ। ਇਸ ਕਰਕੇ ਉਹ ਸਾਧੂ ਮੈਨੂੰ ਅੰਦਰ ਮੇਲ ਜਿਹਦੇ ਅੰਦਰ ਦੇ ਦਰਸ਼ਨ ਕਰਨ ਨਾਲ ਮੇਰੇ ਸਾਰੇ ਪਾਪ ਨੱਸ ਜਾਣ। ਤੋ ਮਾਧੋ ਹੇ ਅਕਾਲ ਪੁਰਖ ਸਾਧੂ ਜਨ ਦੇਹੋ ਮਲਾਏ। ਤਰਲਾ ਕੋਈ ਹੁਕਮਨ ਨਹੀਂ ਅਸੀਂ ਕਹਿ ਸਕਦੇ, ਨਾ ਇਹ ਬਾਣੀ ਤਰਲਾ ਕਰਦੀ ਵੀ ਮੈਨੂੰ ਉਹ ਸਾਧੂ ਜਨ ਮਿਲਾ ਦੇ ਜਿਹਦੇ ਬਗੈਰ ਮੈਂ ਪਾਠ ਕਰਦਾ। ਕਾਮੇ ਕ੍ਰੋਧੇ ਨਗਮ ਮਿਲੇ ਸਾਧੂ। ਸਾਧੂ ਬਗੈਰ ਉਹਦੇ ਬਗੈਰ ਗਤੀ ਨਹੀਂ ਹੈ, ਨਹੀਂ ਮਿਲਣਾ ਕੱਖ ਵੀ ਹੈ। ਰਿਲੇਟਿਵ ਗਿਆਨ ਹੈ ਦੂਸਰੀ ਕੌਮਾਂ ਨੂੰ ਵੀ ਤੁਸੀਂ ਦੇਹ 'ਚ ਸਾਧੂ ਕਰਿਓ, ਕਦੇ ਆਹ ਸਾਧੂ ਕਰੋ। ਮਾਧੋ ਸਾਧੂ ਜਨ ਦੇਹੋ ਹੁਕਮ। ਤਰਲਾ ਵੈ ਹੁਕਮ ਤੇ ਅਸੀਂ ਕਰ ਨਹੀਂ ਸਕਦੇ। ਸ਼ਬਦ ਤਰਲਾ ਭਰਦੇ ਆ ਵੀ ਮੈਨੂੰ ਸਾਧੂ ਮਿਲਾ ਦੇ। ਔਰ ਕੀ ਹੋਏਗਾ? ਦੇਖਤ ਦਰਸ ਪਾਪ ਸਭੇ ਨਸ। ਇਹ ਦੇਹਧਾਰੀ ਕੋ ਸਾਧੂ ਬਾਹਰ ਕੰਮ ਕਰ ਦੂਗਾ। ਦੇਖਤ दर्श पाप सभे नासे और पवित्र परम पद पाए। और रहाओ है और ऐसी पदवी मिल जाती है ਉਹਦੇ ਦਰਸ਼ਨ ਕਰਨ ਨਾਲ ਹੀ ਅੰਦਰ। ਅਸੀਂ ਕੀ ਫਿਰ ਸਤਿਗੁਰੂ ਦੇ ਸਾਨੂੰ ਦਰਸ਼ਨ ਹੋ ਸਕਦੇ? ਹਾਂ, ਸਤਿਗੁਰੂ ਸੰਤ ਸਾਧ ਉਹ ਪਾਵਰ ਦੇ ਦਰਸ਼ਨ ਹੋ ਸਕਦੇ ਆ, ਕਿਉਂ ਨਹੀਂ ਹੋ ਸਕਦੇ? ਹਰ ਜਨ ਦੇਖੋ ਸਤੇ ਗੁਰ ਨੈਣੀ, ਜੋ ਇੱਛੋ ਸੋਈ ਫਲ ਪਾਵੋ। ਪਰ ਜਦੋਂ ਉਹ ਦਿਸ ਪਿਆ ਹਰ ਜਨ ਦੇਖੋ ਸਤੇ ਗੁਰ ਨੈਣੀ। ਸਤੇ ਗੁਰ ਇਜ਼ ਇਕੁਅਲ ਟੂ ਸੰਤ ਇਜ਼ ਇਕੁਅਲ ਟੂ ਸਾਧ, ਜਿੱਥੇ ਸਿੰਗੂਲਰ ਹੋਵੇ ਔਰ ਬਾਡੀ ਨਹੀਂ ਆ ਉਹਦੀ ਅੰਦਰ ਆਉਣਾ। ਹਰ ਜਨ ਦੇਖੋ ਸਤਿਗੁਰ ਨੈਣੀ, ਜੋ ਇੱਛੋ ਸੋਈ ਫਲ ਪਾਵੋ। ਜਦੋਂ ਉਹ ਤੈਨੂੰ ਨੈਣਾ ਨਾ ਅੰਦਰ ਦਿਸ ਪਿਆ, ਉਹ ਕੀ ਹੈ ਫਿਰ? ਜੋ ਇੱਛੋ ਤੂੰ ਉਹਦੇ ਕੋਲ ਮਰਜ਼ੀ ਮੰਗ, ਤੈਨੂੰ ਦੇਵੇਗਾ। ਪਰ ਇੱਕ ਕੰਮ ਤੈਨੂੰ ਕਰਨਾ ਪੈਣਾ, ਤੈਨੂੰ ਨਾਮ ਜਪਣਾ ਪੈਣਾ। ਉਹ 'ਚ ਲਿਖ ਗਏ ਹਰ ਜਨ ਦੇਖੋ ਸਤਿਗੁਰ ਨੈਣੀ, ਜੋ ਇੱਛੋ ਸੋਈ ਫਲ ਪਾਵੋ। ਉਸ ਵੇਲੇ ਪਰ ਉਹਦਾ ਨਾਮ ਬੋਲ ਬੋਲ ਕੇ ਜਪਣਾ ਪੈਣਾ ਤੈਨੂੰ। ਫਿਰ ਉਹਦੇ ਨਾਲ ਨਹੀਂ ਸਾਰੇ ਫਲ ਮਿਲ ਜਾਣੇ, ਪਰ ਕੰਮ ਉੱਥੋਂ ਸਟਾਰਟ ਹੋਣਾ ਭਈ ਹਰ ਬੋਲੋ ਗੁਰਮਤਿ ਬੈਣੀ ਰਹਾ। ਉਹ ਤੂੰ ਆਪਣਾ ਪਰਮੇਸ਼ਰ ਦਾ ਨਾਮ ਬੋਲ ਬੋਲ ਕੇ ਜਪ, ਜਿੱਦਾਂ ਪਹਿਲਾਂ ਪੌਦੇ 'ਤੇ ਪੈਰ ਰਖਾਉਂਦਾ ਹੀ ਸਾਡੀ ਸਾਰੀ ਬਾਣੀ। ਹਰ ਜਨ ਦੇਖੋ ਸਤਿਗੁਰ ਨੈਣੀ, ਜੋ ਇੱਛੋ ਫਿਰ ਸੋਈ ਫਲ ਪਾਵੋ। ਹਰ ਬੋਲੋ ਗੁਰਮਤਿ ਬੈਣੀ। ਇਸ ਕਰਕੇ ਉਹ ਜਿਹੜੇ ਬੈਣ ਬੋਲਣੇ ਹੈ ਉਹ ਨਾਮ ਦਾ ਬੋਲ ਬੋਲ ਕੇ ਜਪਣਾ ਹੈ, ਕਿਉਂਕਿ ਪਿਛਲੇ ਕਾਫੀਆਂ ਬਣਾਉਣੀਆਂ ਨੈਣੀ ਬੈਣੀ ਸਾਰੇ ਗੀਤ ਨੇ। ਇਸ ਕਰਕੇ ਹਰ ਜਨ ਦੇਖੋ ਸਤਿਗੁਰ ਨੈਣੀ। ਔਰ ਉਸੇ ਮਹੱਲੇ ਦਾ ਸ਼ਬਦ ਹੈ ਆਸਾ ਮਹੱਲਾ ਚੌਥਾ। ਗੁਰੂ ਰਾਮਦਾਸ ਸਾਹਿਬ ਕਹਿੰਦੇ ਮਾਧੋ ਸਾਧੂ ਜਨ ਦੇਹੋ ਮਲਾਏ, ਦੇਖਤ ਦਰਸ ਪਾਪ ਸਭੇ ਨਾਸੇ
पवित्र परम पद पाए रहाओ। क्योंकि मेरे अंदर राम नाम रतन कोठड़ी है, भरी पई मेरे अंदर ये रामा ऐसा वड मुल्ले रतन कोठड़ी भरी पई मेरे अंदर। गाढ़ मंदर गाढ़ है साडा जिसम बॉडी दे विच एक राम नाम दी रतना दी कोठड़ी भरी। रतन कहंदे बहुत वड्डे हीरिਆਂ ਨੂੰ अमुल्लिਆਂ ਨੂੰ। राम नाम रतन कोठड़ी गाढ़ मंदरे एक लुकानी वो लुकवी रखी है। ਉਹ ਹੁਣ ਇੱਥੇ ਸਾਧੂ ਨਹੀਂ ਰਿਹਾ, ਇੱਥੇ ਆ ਗਿਆ ਫਤਿਹਗੜ੍ਹ ਮੇਲੇ ਤਾਂ ਅੱਗੇ ਗਾ ਰਿਹਾ ਹੋਣਾ ਸਾ। ਉਹ ਕਹਿੰਦਾ ਫਤਿਹਗੜ੍ਹ ਨਾਲੇ ਰਾਰੇ ਨੂੰ ਔਂਕੜ ਉਹ ਤੈਨੂੰ ਮਿਲੇ ਤੂੰ ਫਿਰ ਖੋਜੇਗਾ ਤਾਂ ਖੋਜੀਏ ਅੰਦਰ ਹੀ ਤੈਨੂੰ ਮਿਲੇਗੀ। ਪਰ ਸਤਿਗੁਰ ਲਫ਼ਜ਼ ਰਹਿ ਗਿਆ। ਦੇਖੋ ਰਾਮ ਨਾਮ ਰਤਨ ਕੋ ਉਸੇ ਮੱਲੇ ਦਾ ਸ਼ਬਦ ਉਹੀ ਕਾਮ ਇੱਥੇ ਤਰਲਾ ਲੈ ਰਿਹਾ ਮਾਲ ਸਾਧੂ ਜਨ ਦਿਓ। ਔਰ ਉੱਥੇ ਵੀ ਇਹੋ ਤਰਲਾ ਲੈ ਰਿਹਾ ਕਈ ਕਾਮੇ ਕ੍ਰੋਧੇ ਨਗਰ ਬਾ ਭਰਿਆ ਮਿਲੇ ਸਾਧੂ। ਉਹ ਸਾਧੂ ਉਹਦੇ ਵੱਲ ਇਸ਼ਾਰਾ ਹੈ। ਅਸੀਂ ਨਾ ਪਾਠ ਨੂੰ ਸਮਝਦੇ ਦੱਬੀ ਜਾਂਦੇ ਰਾਤ ਨੂੰ ਕੀਰਤਨ 16 ਰੋਜ਼ ਕਿਸੇ ਨੂੰ ਕੁਛ ਮਿਲ ਨਹੀਂ ਰਿਹਾ। ਲੇਕਿਨ ਮੇਰ ਇਹਨਾਂ 'ਤੇ ਹੀ ਆਉਣੀ ਹੈ ਜਿਹੜੀ ਲੱਗੇ ਹੈ। ਆ ਜਦੋਂ ਸਮਝ ਕੇ ਬਾਣੀ ਪੜ੍ਹਨਗੇ ਨਿਹਾਲ ਹੋ ਕੇ ਬਾਣੀ ਪੜ੍ਹਨਗੇ ਲੈ ਬਈ ਮੇਰਾ ਗੋਲ ਹੈ ਆ ਸਾਧੂ ਨੂੰ ਮਿਲਣਾ। तो कहता राम नाम रतन कोठड़ी गढ़ मंदरे एक लुकानी। लुकी है वो गुप्त है। वो सतगुर अंदर आना शुरू होगा वो लवाओगा तेन। सतगुर मिले तो खोजिए मिले ज्योति ज्योते समानी ਉਹਦੇ ਵਿੱਚ ਵੀ ਤੈਨੂੰ ਮਿਲਣਾ ਪੈਣਾ ਸਤਿਗੁਰ ਦੇ। ਮਿਲੇ ज्योति ज्योत समानी रहाओ आया माधो। ਉਹ ਸਤਿਗੁਰੂ ਇੱਥੇ ਸਤਿਗੁਰੂ ਆ ਗਿਆ। ਸਾਧੂ ਜਾਂਦੇ ਹੋ ਮਿਲਾਏ ਦੇਖਤ ਦਰਸ ਪਾਪ ਸਭ ਨਾਸੇ ਪਵਿੱਤਰ ਪਰਮ ਪਦ ਪਾਏ ਰਹਾਓ। ਤੂੰ ਬਾਅਦ ਹੁਣ ਗੁਰੂ ਰਾਮਦਾਸ ਸਾਰ ਹੋ ਸ਼ਬਦ ਖੋਲਣ ਲੱਗੇ। ਪੰਜ ਚੋਰ ਕਾਮ ਕ੍ਰੋਧ ਆ ਗਏ। ਰਾਮਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਦਾ ਸ਼ਬਦ ਆ। ਰਾਮਦਾਸ ਸਾਹਿਬ ਦੇ ਸ਼ਬਦ ਨਹੀਂ ਖੁੱਲ੍ਹੇਗਾ ਇਹ ਸੋਲੇ ਦਾ। ਪੰਜ ਚੋਰ ਮਿਲੇ ਲਾਗੇ ਨਗਰੀਆ ਮਿਲ ਕੇ ਇਕੱਠੇ ਹੋ ਕੇ ਇਸ ਨਗਰ ਨੂੰ ਲੁੱਟਣ ਡੇ ਜਸੋਂ 'ਚ ਮੈਨੂੰ। ਪੰਜ ਚੋਰ ਮਿਲੇ ਲਾਗੇ ਨਗਰੀਆ ਰਾਮ ਨਾਮ ਧਨ ਹਿਰਿਆ। ਹਿਰਿਆ ਕਹਿੰਦੇ ਚੁਰਾ ਕੇ ਲਈ ਜਾਂਦੇ। ਰਾਮ ਨਾਮ ਮੈਂ ਜਿੰਨਾ ਇਕੱਠਾ ਕਰਦਾ ਲੈ ਜਾਂਦੇ ਆ ਸਾਰੇ। ਇਹੋ ਹੀ ਮਾਲਦਾਰ ਹੋਈ ਜਾਂਦੇ ਹੈ। ਮੈਂ ਭੁੱਖਾ ਅੰਦਰ ਨੇੜ ਧਨ ਬਣ ਗਿਆ। ਇਹੋ ਹੀ ਵੱਡੇ ਬਿਜ਼ਨਸਮੈਨ ਬਣੇ ਅੰਦਰ। ਸਭ ਕੁਛ ਮੇਰਾ ਲੁੱਟ ਕੇ ਰਹਿੰਦੇ। तो पंच चोर मिले लागे नगरिया राम नाम तन हिरिया। आहा गुरमते खोज परे तब पकड़े। ये जरा खोज करना है ना इसे बाबे नानक के शब्द तू सारिया मालिया ने लोह लई है। बाबा नानक कहता कदी भी ये बाणी की खोज करो पर ये ना बहस मबैसा किसी ना करो। बात बबाद च ना पाओ किसी ना। खोजी उपजे बादी दिन से। खोज करने वाला तो बंदा कुछ लै जूगा वो अंदर उगूगा। जोड़ा बाद बबाद बस इस तरह भी आ गुरमत आ शब्द न कमाई करनी ना राम की वो जोड़ा वो बिनस जाएगा। तो सुनहरी असूल बाबे ने फड़ाया। असी तदे बाणी नूं हर जी नितनेम की रोज़ की बाणी असी वो सोहला लाए आ उन्होंने खोज रहे हैं। तो खोजी उपजे दऊगा तुहानूं अंदरों चीज़ां सारियां उगेगी अंदर। बादी बिन से बादी ना बादी कोल कख नहीं रहना। वो आप भी सड़िया हुंदा बाकी भी साढ़े आं दी खिलारदा जाऊगा सारे बंदे जिथे भी पानी। ये ऐसियां चीज़ां जिहड़ियां वरत रहियां इन्हां तूं खोजी बंदे ना परा होके राम दे नाल। तो खोज गुरमते खोज गुरमत है ही सारी बाणी। कोई कथा कहानी नहीं है किसी दी किताब नहीं है ਕਿਸੇ ਨੇ ਜੋ ਲਿਖਿਆ ਸਾਨੂੰ ਨਹੀਂ ਪਤਾ। ਸਾਨੂੰ ਬਾਣੀ ਚੋਂ ਕੱਢ ਕੇ ਦੱਸੋ ਸ਼ਬਦ ਰਾਹੀਂ। ਤੋਂ ਗੁਰਮਤ ਸਾਰੀ ਬਾਣੀ ਹੈ ਗੁਰੂ ਦੀ ਮਤ। ਗੁਰਮਤੇ ਖੋਜ ਪਰੇ ਅੰਦਰ ਬਾਦ ਬਬਾਦ 'ਚ ਨਹੀਂ ਮੈਂ ਪਿਆ। ਚਾਕਰ ਲੱਗੇ ਚਾਕਰੀ ਨਾਲੇ ਗਰਬਾਦ ਗੱਲਾਂ ਕਰੇ ਕਲੀਰੀਆਂ ਖਸਮ ਨਾ ਪਾਏ ਸਾਧ ਹੈ ਉਹੀ ਗੱਲ ਹੈ। ਤੋ ਗੁਰਮਤੇ ਖੋਜ ਪਰੇ ਤਪ ਪਕਰੇ। ਫਿਰ ਇਹ ਅੰਦਰ ਫੜ ਲੈਂਦਾ ਬੰਦਾ ਇਹਨਾਂ ਨੂੰ। और धन साबत रासे उभरिया
ਕਹਿੰਦਾ ਸਾਰਾ ਹੀ ਆ ਸਾਰਾ ਤਨ ਜਿਹੜਾ ਸਾਰਾ ਮੈਨੂੰ ਸਾਰਾ ਹੀ ਕੁਛ ਮਿਲਣ ਲੱਗ ਪਿਆ ਹੁਣ ਜਿੰਨਾ ਮੈਂ ਇਹ ਲੁੱਟ ਸਕਦੇ ਹੀ ਨਹੀਂ। ਸਾਬਤ ਰਾਸੇ ਉੱਭਰਿਆ ਮੈਂ ਹੁਣ ਅੰਦਰੋਂ ਉੱਭਰਨਾ ਸ਼ੁਰੂ ਮੇਰੇ ਤਾਂ ਬਚ ਗਿਆ ਤਾਨੇ ਤੇ ਲੁੱਟੀ ਜਾਂਦੇ ਸੀ। ਅਗਲੀ ਲਾਈ ਪਾਖੰਡ ਭਰਮ ਉਪਾਪ ਕਰ ਥਾਕੇ ਕਹਿੰਦਾ ਬੜੇ ਪਖੰਡ ਕੀਤੇ। ਆ ਹੁਣ ਬਾਕੀ ਸਾਰੇ ਪਖੰਡ ਹੈ ਨਾਮ ਜਪਣ ਤੋਂ ਬਾਅਦ ਭੌੜ ਜਿੰਨੇ ਵੀ ਪਖੰਡ ਹੀ ਪਖੰਡ ਹੈ। ਪਖੰਡ ਕੀ ਹੁੰਦਾ? ਅਸਲ ਚੀਜ਼ ਦੀ ਨਕਲ ਕਰਨੀ ਪਰ ਮਿਲਣਾ ਕੱਖ ਨਾ। ਇਸ ਕਰਕੇ ਪਾਖੰਡ ਭਰਮ ਕਹਿੰਦੇ ਮਾਇਆ ਨੂੰ। ਇਹ ਸਭ ਮਾਇਆ ਦਾ ਹੀ ਜਾਲ ਹੈ। ਪਾਖੰਡ ਭਰਮ ਉਪਾਪ ਕਰ ਥਾਕੇ ਕਾੜੇ ਬੜੇ ਕਰਮ ਕਾਂਡ ਕਈ ਕੁਛ ਮੈਂ ਪਾਇਆ ਕਈ ਕੁਛ ਮੈਂ ਸਿੱਖੀ ਲਈ ਕੀਤਾ ਸਭ ਕੁਛ ਨਾਮ ਨਹੀਂ ਜਪਿਆ। ਉਹ ਕਹਿੰਦੇ ਸਭ ਭਰਮ ਕਰ ਥਾਕੇ ਰਿਦ ਅੰਤਰੇ ਮਾਇਆ ਮਾਇਆ। ਦੋ ਵਾਰੀ ਮਾਇਆ ਮਾਇਆ ਕਹਿੰਦੇ ਅੰਦਰ ਤੇ ਤੇਰੇ ਮਾਇਆ ਹੀ ਮਾਇਆ। ਜੋ ਮਰਜੀ ਕਰਮ ਕਾਂਡ ਜੋ ਮਰਜੀ ਸਿੱਖੀ ਦਾ ਕੰਮ ਕਰੀਏ ਰਿਦ ਅੰਤਰੇ ਮਾਇਆ ਮਾਇਆ ਦੋ ਵਾਰੀ ਲਿਖ ਗਏ। ਆਹਾ ਫਿਰ ਕਹਿੰਦੇ ਉਹ ਸਾਧੂ ਮਿਲੇ ਜਿਹੜਾ ਉੱਤੇ ਸਤਿਗੁਰੂ ਸਾਧੂ ਪੁਰਖ ਪੱਤੇ ਪਾਇਆ ਅਗਿਆਨ ਅੰਧੇਰ ਗਵਾਇਆ। ਕਹਿੰਦੇ ਜਦ ਉਹ ਅੰਦਰ ਆ ਗਿਆ ਮੈਨੂੰ ਅਸਲ ਗਿਆਨ ਮਿਲ ਗਿਆ। ਫਿਰ ਕਹਿੰਦੇ ਜੰਗਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵਾ। ਰੱਬ ਮਿਲਾਏਗਾ ਤੈਨੂੰ ਇਹੋ ਜਿਹਾ ਸਾਧ ਅੰਦਰ ਸਤਿਗੁਰੂ ਕਰ ਕਿਰਪਾ ਸਾਧ ਮਿਲਾਵਾ। ਔਰ ਤਦੇ ਨੂੰ ਔਂਕੜ ਹੈ ਸਾਰੇ ਇਹ ਸਾਧ ਬਾਹਰਲਾ ਨਹੀਂ ਹੈ। ਤਦੇ ਆ ਸੋਹਲੇ ਦਾ ਪਾਠ ਕਰਕੇ ਕਾਮ ਕਰੋ ਦੇ ਨਗਰ ਬਹੁ ਭਰਿਆ ਮਿਲੇ ਸਾਧੂ। ਦੇਖੋ ਜੀ ਸਾਧੂ ਤੇ ਨਾ ਮਿਲਣਾ ਪੈਣਾ ਤੋ ਕਰ ਕਿਰਪਾ ਸਾਧ ਮਿਲਾਵਾ। ਨਾਨਕ ਸ਼ਾਂਤ ਹੋਏ ਮਨ ਅੰਤਰੇ ਨਿਤ ਹਿਰਦੇ ਹਾਰ ਗੁਣ ਗਾ। ਗੁਣ ਗਾਉਣੇ ਹੈ ਹੀ ਨਾਮ ਜਪਣਾ। ਨਿਤ ਹਿਰਦੇ ਵਿੱਚ ਉਹ ਨਾਮ ਫਿਰ ਚਲੇ ਜਾਂਦਾ। ਤੋ ਐਡਾ ਵੱਡਾ ਸ਼ਬਦ ਮਹੱਲੇ ਚੌਥੇ ਨਾਲ ਖੁੱਲ੍ਹਿਆ ਕਈ ਮਾਧੋ ਸਾਧੂ ਜਨ ਦਿਓ ਮਿਲਾਏ ਜਿਹਦੇ ਦੇਖਣ ਨਾਲ ਮੇਰੇ ਪਾਪ ਸਾਰੇ ਨਸ ਜਾਣ। ਔਰ ਉਹ ਸਾਧੂ ਜਨ ਨਿਕਲਿਆ ਸਤਿਗੁਰੂ ਔਰ ਉਹੀ ਸੰਤ ਹੈ। ਇਸ ਕਰਕੇ ਅਸੀਂ ਹੁਣ ਇਹ ਦੋਹਾਂ ਲਾਈਨਾਂ ਨੂੰ ਪਿਆਰ ਨਾਲ ਪੜ੍ਹੀਏ ਫਿਰ ਕਦੀ ਵੀ ਕਿਸੇ ਬਾਹਰਲੇ ਸਾਧੂ ਵੱਲ ਨਹੀਂ ਅਸੀਂ ਜਾ ਸਕਦੇ। ਕਾਂ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮੇ ਕਰੋ ਦੇ। ਫਿਰ ਅਸੀਂ ਵਾਰ ਕਹਿੰਦੇ ਜਿੱਥੇ ਦੋ ਆਉਣ ਪੰਜ ਦੀ ਪੰਜ ਚੰਡਾਲ ਚੌਂਕੜੀ ਸਦਾ ਹੀ ਡੱਫੀਆਂ ਪਾ ਕੇ ਇਕੱਠੇ ਰਹਿੰਦੇ ਇਹ ਨਹੀਂ ਵਿਛੜਦੇ। ਇਹ ਪੰਜੇ ਦੇ ਪੰਜੇ ਇਕੱਠੇ ਲੇਕਿਨ ਗੀਤ 'ਚ ਲਿਖ ਨਹੀਂ ਸਕਦੇ ਅਸੀਂ। ਕਾਮੇ ਕਰੋ ਦੇ ਨਗਰ ਬਹੁ ਭਰੇ ਮਿਲੇ ਸਾਧੂ ਖੰਡਲ ਖੰਡਾ ਹੈ। ਗੀਤ 'ਚ ਬਹੁਤ ਸਾਰੇ ਲਫ਼ਜ਼ ਰਾਮ ਰਾਜਿਆ ਹੇ ਮੇਰੇ ਸਵਾਮੀ ਬਹੁਤ ਕੁਛ ਐਸੇ ਲਫ਼ਜ਼ ਆਉਣਗੇ ਜਿਨ੍ਹਾਂ ਦਾ ਮਤਲਬ ਨਹੀਂ ਹੁੰਦਾ। ਅਸੀਂ ਪਿੱਛੇ ਵੀ ਬੇਨਤੀ ਕਰ ਰਹੇ ਹਾਂ ਸਾਡੀ ਪੁਰਾਤਨ ਤੋਂ ਪੁਰਾਤਨ ਕਵਿਤਾ ਨੂੰ ਰਿਸ਼ੀ ਮੁਨੀਆਂ ਦੇ ਗਿਆਨ ਨਾਲ ਸਾਰੀ ਕਵਿਤਾ 'ਚ ਹੈ ਸਭ ਇਸ ਨੂੰ ਜਿਹੜੇ ਆ ਇਹਦੇ ਵਿੱਚ 2-2.5 ਲਫ਼ਜ਼ ਐਸੇ ਪਾਉਣੇ ਪੈਂਦੇ ਜਿਹਦੇ ਨਾਲ ਗੀਤ ਬਣ ਜਾਏ। ਇਹ ਪਿੰਗਲ ਦੀ ਚਾਲ ਹੈ। ਪਿੰਗਲ ਕਾ ਪੁਰਾਤਨ ਲਫ਼ਜ਼ ਹੈ ਸਾਡਾ ਕਾਵਿ ਤੋ ਪੁਰਾਤਨ ਸਾਰਾ ਜਿੰਨਾ ਪਿੰਗਲ ਦੀ ਚਾਲ ਹੈ ਤੇ 2-2.5 ਅੱਖਰ ਗੀਤ ਬਣਾਉਣ ਲਈ ਇਹਦਾ ਮਤਲਬ ਕੋਈ ਨਹੀਂ ਹੈ ਇੱਥੇ ਉਹ ਗੀਤ ਬਣਾਉਣ ਲਈ ਹੈ। ਇਸ ਕਰਕੇ ਸਾਰਾ ਗਿਆਨ ਲਓ ਫਿਰ ਪਾਠ ਦਾ ਸਵਾਦ ਆ ਜੂ। ਕਾਮੇ ਕਰੋ ਦੇ ਨਗਰ ਬਹੁ ਭਰਿਆ ਮਿਲੇ ਸਾਧੂ ਖੰਡਲ ਖੰਡਾ ਹੈ। ਇਹ ਐਵੇਂ ਨਹੀਂ ਮਿਲ ਜਾਣਾ। 3 ਫੈਕਟਰ ਹੈ ਸਾਧੂ ਦੇ ਮਿਲਣ ਦੇ ਜਾਂ ਅੰਦਰ ਦੀ ਚੜ੍ਹਾਈ ਹੋਣ ਦੇ। ਪੂਰਬਲਾ ਜਨਮ ਦੀ ਕਮਾਈ ਇੱਥੇ ਦੀ ਕਿਹੋ ਜਿਹੀ ਸੰਗਤ ਕਰਦੇ ਹੋ ਅਤੇ ਉਹਦਾ ਗੁਰਪ੍ਰਸਾਦ ਕਿੰਨਾ ਕੁ ਤੁਹਾਨੂੰ ਦਿੰਦਾ ਹੈ। 3 ਫੈਕਟਰ ਜਿੱਥੇ ਤਿੰਨੇ ਮਿਲ ਜਾਣ ਉੱਥੇ 1 ਮਿੰਟ 'ਚ ਕੰਮ ਬਣ ਜਾਂਦਾ। ਜਿੱਥੇ ਪੂਰਬਲੀ ਕਮਾਈ ਹੋਵੇ ਇੱਥੇ ਆਣ ਕੇ ਉਹ ਸੰਗਤ ਨਾ ਕਰੇ ਉਹ ਪਿਛਲੀ ਵੀ ਗਵਾ ਲਊਗਾ। ਅਤੇ ਜੇ ਦੋਨੋਂ ਚੀਜ਼ਾਂ ਵੀ ਹੋ ਜਾਣ ਉਹਦਾ ਗੁਰਪ੍ਰਸਾਦ ਨਾ ਹੋਵੇ ਉਹਨੇ ਖਰੇ ਕਦੋਂ ਦੇਣਾ ਸਾਨੂੰ। ਇਸ ਕਰਕੇ ਉਹ ਇਸੇ ਕਰਕੇ ਗੁਰਪ੍ਰਸਾਦ ਲਫ਼ਜ਼ ਨਹੀਂ ਹੈ ਸਾਡਾ ਗੁਰਪ੍ਰਸਾਦ ਦੇ ਦੱਦੇ ਨੂੰ ਸਿਹਾਰੀ ਹਮੇਸ਼ਾ ਹੋਊਗੀ।
ਜੇ ਨਾ ਸਿਹਾਰੀ ਬੁਲਾਵਾਂਗੇ ਤਦੇ ਹੀ ਅਰਥਾਂ ਦੇ ਅਨਰਥ। ਗੁਰਪ੍ਰਸਾਦ ਕੋਈ ਚੀਜ਼ ਨਹੀਂ ਹੈ, ਗੁਰਪ੍ਰਸਾਦੇ ਸਾਰੇ ਕੰਮ ਹੋਣੇ ਹੈ। ਕਬੀਰ ਸਾਹਿਬ ਤੇ ਇੱਥੇ ਤੱਕ ਲਾਨੀਆਂ ਕਹਿੰਦੇ, ਹਮ ਕਾਹੂੰ ਕਿ ਕਾਣ ਨਾ ਰੱਖਤੇ ਆਪਣੇ ਗੁਰਪ੍ਰਸਾਦੇ। ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਮੇਰੇ ਕੋਲ ਗੁਰਪ੍ਰਸਾਦ ਹੈ, ਅਕਾਲ ਪੁਰਖ ਦਾ ਗੁਰਪ੍ਰਸਾਦੇ ਹੈ। ਇਸ ਕਰਕੇ ਸਦਾ ਹੀ ਜੀਵ ਤੇ ਚਾੜੀਏ, ਆਜੂਨੀ ਸਹਿਬੰਗ ਗੁਰਪ੍ਰਸਾਦੇ। ਉਹ ਤਾਂ ਲਹਿਦਾ ਲਿਖਿਆ ਵੀ ਸਾਰਾ ਕੰਮ ਤੈਨੂੰ ਉਹਨੇ ਆਪ ਹੀ ਕਰਨਾ, ਤੂੰ ਫਿਕਰ ਨਾ ਕਰ। ਲੇਕਿਨ ਗੁਰਪ੍ਰਸਾਦ ਵੀ ਉਹਦੇ ਕੋਲ ਐਡਾ ਖੁੱਲ੍ਹਾ ਨਹੀਂ ਵੀ ਸਾਰਿਆਂ ਨੂੰ ਵਰਤਾਈ। ਬੜੀ ਡਿਸਿਪਲਿਨ ਹੈ, ਮਿਲੇਗਾ ਪਰ ਇਹ ਉਹਦੀ ਮਰਜ਼ੀ ਤੇ ਗੁਰਪ੍ਰਸਾਦ। ਬਾਕੀ ਤੂੰ ਦੋ ਫੈਕਟਰ ਤੇ ਠੀਕ ਕਰ। ਜੇ ਪਿਛਲੀ ਕਮਾਈ ਨਹੀਂ ਹੈ ਤੇ ਹੁਣ ਕਮਾਈ ਸ਼ੁਰੂ ਕਰ। ਤੈਨੂੰ ਸਵਾਦ ਨਹੀਂ ਆਉਂਦਾ ਨਾ, ਤੂੰ ਕਹਿੰਦੀ ਮੇਰਾ ਚੱਲਦਾ ਨਹੀਂ, ਚੱਲ ਕਿੱਥੋਂ ਪਵੇ। ਪਿੱਛੇ ਤੇ ਦਿਵਾਲੀਆ ਨਿਕਲਿਆ, ਪਿਛਲੇ ਜਨਮ 'ਚ ਤੇ ਤੂੰ ਉਹ ਕੰਮ ਕੀਤੇ ਆ ਜਿਹੜੇ ਤੈਨੂੰ ਤਾਂ ਯਾਦ ਨਹੀਂ ਆ, ਪਰ ਉਹਨੂੰ ਤਾਂ ਯਾਦ ਹੈ ਨਾ। ਇਸ ਕਰਕੇ ਪੂਰਵ ਕਰਮ, ਤੂੰ ਪਿਛਲਾ ਦਿਵਾਲੀਆ ਨਿਕਲਿਆ, ਹੁਣ ਤੂੰ ਕੋਈ ਗਾਹ ਨਹੀਂ ਕਮਾਉਂਦਾ, ਗੁਰਪ੍ਰਸਾਦ ਤੈਨੂੰ ਕਿੱਥੋਂ ਮਿਲ ਜਾਏ। ਇਸ ਕਰਕੇ ਪਿਛਲਾ ਕਰਮ ਹਰ ਥਾਂ ਆਏਗਾ। ਦੇਖੋ ਆ ਸਾਡੇ ਗੁਰੂ ਤੇ ਭਗਤ ਕਿੱਡੇ ਕਿੱਡੇ ਵੱਡੇ ਸੀ। ਕਬੀਰ ਸਾਹਿਬ ਵੀ ਦੇਖ ਲਓ, ਕਹਿੰਦੇ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਏ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ। ਇਹ ਜਿਹੜੇ ਭਗਤਾਂ ਗਾਂ ਸਾਡੀ ਬਾਣੀ ਦੇ ਭਗਤ ਹੋਣਗੇ। ਪੂਰਬ ਜਨਮ ਦੀ ਕਮਾਈ ਹਰ ਥਾਂ ਪੂਰਬ ਜਨਮ ਹੈ। ਜਿਨ ਕੋ ਪੂਰਬੇ ਲਿਖਿਆ ਸਿਆਏ ਮਿਲੇ ਗੁਰਪਾਸ। ਪੂਰਬ ਜਨਮ ਸਾਥਾਓ ਇੱਥੇ ਸਾਭ ਲਿਖਿਆ, ਪੂਰਬੇ ਲਿਖਤ ਲਿਖੇ ਗੁਰ ਪਾਇਆ। ਪਾਠ ਕਰਦੇ ਕਰਦੇ ਗੁਰ ਦਾ ਨਾਂ ਆਇਆ ਤੇ ਬਾਬੇ ਨਾਨਕ ਦੀ ਕਦੀ ਯਾਦ ਕਰ ਲਿਆ ਕਿਸੇ ਗੁਰੂ। ਉਹ ਦੇਖ ਘਰ ਦੇ ਰਾਰੇ ਨੂੰ ਅੰਕੜ ਹੈ, ਗੁਰ ਪਾਇਆ। ਅਸੀਂ ਇੱਕ ਪਾਠ ਤੋਂ ਚੀਜ਼ ਲਿਆ ਰਹੇ ਹਾਂ, ਪਾਠ ਛੇਤੀ ਨਾ ਕਰੋ। ਅਸੀਂ ਮਿਹਨਤ ਤਦੇ ਕਰ ਰਹੇ ਹਾਂ, ਉਹ ਗੁਰ ਪਾਏਗਾ ਜਿਹੜਾ ਈਸ਼ਰ ਦੇ ਬਰਾਬਰ ਹੈ। ਅਸੀਂ ਈਸ਼ਰ ਨੂੰ ਮੰਨਣ ਵਾਲੇ, ਗੁਰ ਈਸ਼ਰ, ਗੁਰ ਗੁਰ ਬਰਮਾ। ਕਹਿੰਦੀ ਕਿ ਤੁਸੀਂ ਮੈਂ ਕਹਿਣੋਂ ਰਹਿ ਨਹੀਂ ਸਕਦਾ। ਹੁਣ ਤੇ ਪਿਆਰ ਸਤਿਕਾਰ ਨਾਲ ਮੇਰੀ ਸੇਵਾ ਲੈ ਰਹੇ ਆ ਰੇਡੀਓ ਟਾਕ ਵਾਲੇ। ਉਹ ਕਹਿੰਦੇ ਤੁਸੀਂ ਗੁਰ ਰੜਕਾ ਕੇ ਕਿਉਂ ਕਹਿੰਦੇ ਹੋ? ਉਹ ਮੈਂ ਕਿਹਾ ਜੇ ਗੁਰ ਸਿੱਧਾ ਕਹਿਤਾ ਸਰੋਤਾ ਦੇ ਬੋਲਾ ਹੁੰਦਾ, ਜਿਹੜਾ ਸੁਣ ਰਿਹਾ ਹੁੰਦਾ ਉਹਨੂੰ ਕੀ ਪਤਾ ਗੋਰਾ ਕਿ ਗੋਰੇ ਗੁਰ ਲਿਖੇ। ਸਰੋਤਾ ਬੋਲਾ ਹੁੰਦਾ, ਉਹਦੇ ਹੱਥ 'ਚ ਕੁਝ ਨਹੀਂ ਹੈ। ਤੁਸੀਂ ਪਾਠ ਕਰ ਰਹੇ ਹੋ, ਤੁਸੀਂ ਲਿਖੇ ਗੁਰ ਪਾਇਆ। ਹੁਣ ਗੁਰ ਤੋਂ ਗ੍ਰੰਥ ਸਾਹਿਬ ਵੀ ਗੁਰ ਹੈ, ਸਾਰੇ ਗੁਰੂ ਵੀ ਗੁਰ ਹੈ, ਬਾਹਮਣ ਵੀ ਗੁਰ ਸੀ। ਗੁਰ ਕਿਹੜਾ ਹੈ? ਰਾਰੇ ਨੂੰ ਅੰਕ ਵਾਲਾ ਜਪ 'ਚ ਪਹਿਲੇ ਹੀ ਸਾਨੂੰ ਦੱਸਤਾ ਇਹਦੀ ਬਰਾਬਰੀ। ਔਰ ਇਹ ਗੁਰ ਕੀ ਹੈ? ਅਸੀਂ ਨਿਰੇ ਇਸ ਗੁਰ ਦੇ ਵੀ ਸਿੱਖ ਨਹੀਂ, ਅਸੀਂ ਗੁਰ ਸਤੇ ਗੁਰ ਕਾ। ਇਸ ਕਰਕੇ ਆ ਗਿਆ ਸਤਿਗੁਰ ਦਾ ਸਰੂਪ। ਔਰ ਉਹ ਸਾਧੂ ਦਾ ਅੰਦਰ ਗੁਰ ਦੇ ਰਾਰੇ ਨੂੰ ਔਂਕੜ। ਅਸੀਂ ਗਿਆਨ ਸੁਣਨ ਵਾਲਿਆਂ ਅੱਗੇ ਬੇਨਤੀ ਕਰਦੇ ਹੋ, ਹਰ ਇੱਕ ਨੂੰ ਪਿਆਰ ਨਾਲ ਸਮਝਾਏ, ਭਾਈ ਪਾਠ ਕਰ ਰਹੇ ਹਾਂ, ਜਰਾ ਗੁਟਕਾ ਖੋਲ, ਦੇਖ ਇੱਥੇ ਗੁਰ ਦੇ ਰਾਰੇ ਨੂੰ ਔਂਕੜ ਹੈ। ਇਸ ਕਰਕੇ ਮੇਲੇ ਸਾਧੂ ਇਹੋ ਹੀ ਆ ਗੁਰ। ਅਗਲੀ 'ਚ ਲਿਖਤਾ ਪੂਰਬੇ ਲਿਖਤੇ ਲਿਖਤ, ਪੂਰਬੇ ਲਿਖਤ ਲਿਖੇ ਗੁਰ ਪਾਇਆ। और किथे मिलेगा? तेरे अंदर मिलना मान। और कदों मिलेगा? अगे लिखिए लिव की अवस्था तक पहुँच। मने हार लिवे, हार लिव और मंडल मंडा है। कई तेनों गां चढ़ाइयाँ चढ़नियाँ पैनियाँ, अंदर मंडल मंडा, मंडल ही कई चढ़ा स्पिरिचुअल स्टेजां आउणियां। उत्थों बाद जदों लिव की अवस्था आ गई, उत्थे इहदा हैडकुआटर इस गुर दा। इस करके ਅਸੀਂ ਆਪ ਸਾਨੂੰ ਤਾਂ ਆਪ ਨਹੀਂ ਪਤਾ। ਅੱਜ ਪਾਠ ਪਿਆਰ ਨਾਲ ਖੋਲ੍ਹ ਕੇ ਸਮਝ ਰਹੇ ਤੇ ਸਾਡੇ ਪੱਲੇ ਵੀ ਪੈ ਰਿਹਾ। ਮੈਂ ਕਿਹਾ ਚਲੋ
ਭਲਾ ਹੋਵੇ ਨਾ ਇੰਟਰਨੈਟ ਵਾਲਿਆਂ ਦਾ ਜੀ ਨਿਤਨੇਮ ਦੀ ਬਾਣੀ ਅਸੀਂ ਸ਼ੁਰੂ ਕਰਤੀ, ਸਾਡਾ ਤੁਹਾਡੇ ਨਾਲੋਂ ਵੀ ਜ਼ਿਆਦਾ ਫਾਇਦਾ ਹੋ ਰਿਹਾ। ਹੱਦ ਹੋ ਗਈ ਯਾਰ। ਇਸ ਕਰਕੇ ਮਿਲੇ ਸਾਧੂ ਕਿਹੜਾ? ਗੁਰ। ਹੁਣ ਰੜਕਾ ਕੇ ਕਹਾਂਗੇ ਸਾਰੀ ਸੰਗਤ ਤੱਕ ਪਹੁੰਚੇਗਾ ਵੀ ਯਾਰ ਇਹਦੇ ਤੇ ਗੁਰ ਹੈ। ਤੇਰਾ ਗੁਰ ਕਹਿਤਾ ਤੇ ਸਾਰਾ ਉਸੇ ਵਾਲੀ ਧਿਆਨ ਚੱਲ ਜਾਂਦਾ ਗੁਰੂਆਂ। ਸਾਧੂ ਦਾ ਨਾਂ ਆਇਆ, ਕਈ ਡੇਰੇ ਬਾਅਦ ਸਾਧੂਆਂ ਉੱਧਰ ਹੀ ਧਿਆਨ ਚੱਲ ਜਾਊ ਜੀ। ਦੇਖੋ ਉਹਦੇ ਬਗੈਰ ਗੁਜ਼ਾਰਾ ਨਹੀਂ। ਸੰਗਤ ਦਾ ਕਸੀਰ ਨਹੀਂ ਹੈ, ਅਸੀਂ ਆਪ ਨਾ ਗਿਆਨ ਸਮਝਿਆ ਨਾ ਗਾਂ ਪਹੁੰਚਾਇਆ। ਇਸ ਕਰਕੇ ਇੱਕ ਇੱਕ ਸ਼ਬਦ ਖੋਲ ਰਹੇ ਹਾਂ। ਸਭ ਕੀਰਤਨ 16 ਨਹੀਂ ਹੈ, 16 ਹੈ, ਖੁਸ਼ੀ ਦਾ ਰਾਗ ਹੈ। ਇਸ ਕਰਕੇ ਫਿਰ ਅਸੀਂ ਸ਼ੁਰੂ ਇਹਨਾਂ ਪੰਜਾਂ ਨਾਲ ਭਰਿਆ ਪਿਆ ਰਹਾਓ ਆਣ ਕੇ ਤੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋਇਆ। ਪਹਿਲਾ ਹੈ ਕਾਮੇ ਕਰੋ ਦੇ ਨਗਰ ਬਹੁ ਭਰੇ, ਮੇਲੇ ਸਾਧੂ ਖੰਡਲ ਖੰਡਾ ਹੈ, ਪੂਰਬੇ ਲਿਖਤ ਲਿਖੇ ਗੁਰ ਪਾਇਆ। ਮਨੇ ਮਨ ਨਹੀਂ ਹੈ, ਮਨ ਨੂੰ ਸਿਆਹੀ ਹੈ। ਅਸੀਂ ਪੜ੍ਹ ਜਾਂਦੇ ਮਨ ਹਰਲੇ ਮੰਡਲ ਸਾਰਾ ਕਿੱਥੇ ਕਿਤੇ ਕਹੀਏ, ਕਿਉਂਕਿ ਅਸੀਂ ਆਪ ਸਾਰਾ ਉਮਰ ਇਹੋ ਕੰਮ ਕੀਤਾ। ਕਿਉਂਕਿ ਸਾਡੇ ਹੈ ਵੀ ਇਹ ਜ਼ਰੂਰ ਰਾਤ ਨੂੰ ਸੌਣ ਲੱਗੇ ਪੜ੍ਹਨਾ। ਹਾਲਾਂਕਿ ਮਹਾਰਾਜ ਦਾ ਹੁਕਮ ਹੈ ਗੁਰੂ ਅਮਰਦਾਸ ਸਾਹਿਬ ਦਾ, ਸੌਂਦੇ ਵਾਹੋ ਵਾਹੋ ਉਚਰੇ, ਉੱਠਦੇ ਵੀ ਵਾਹੋ ਕਰੇ। ਪਰ ਉਹ ਤਾਂ ਬਹੁਤ ਵੱਡੀ ਚੀਜ਼ ਆ। ਅਸੀਂ ਕਹਿੰਦੇ ਚਲੋ ਪਰਮੇਸ਼ਰ ਬਾਣੀ ਪੜ੍ਹ ਕੇ ਸੌਈਏ। ਔਰ ਹੁਣ ਤੁਸੀਂ ਜਦੋਂ ਇਹ 16 ਪੜ੍ਹ ਕੇ ਸੌਂਗੇ ਗੁਟਕੇ ਦੇ ਉੱਤੋਂ ਤੁਹਾਨੂੰ ਅਜੀਬ ਹੀ ਸਵਾਦ ਆਊ ਵੀ ਆਹਾ। ਔਰ ਫਿਰ ਉਸ ਤੋਂ ਬਾਅਦ ਵਾਹ ਵਾਹ ਗੁਰੂ ਅੰਤਰ ਦਾ ਜਪ ਕਰਕੇ ਸੌਂ ਜਾਓ। ਇਹ ਵੀ ਪੜ੍ਹੋ ਉਹ ਵੀ ਕਰੋ, ਦੁੱਗਣਾ ਫਾਇਦਾ ਹੈ। ਲੇਕਿਨ ਜੇ ਬਾਣੀ ਸਮਝੀ ਨਾ, ਕਿਉਂਕਿ ਇਹਦੇ ਲਈ ਹੁਕਮ ਆ ਬਾਬੇ ਨਾਨਕ ਦਾ, ਸਮਝੇ ਸੂਝੇ ਪੜ੍ਹ ਪੜ੍ਹ ਬੂਝੇ। ਅੰਤ ਨਿਰੰਤਰੇ ਤੈਨੂੰ ਮਿਲਣਾ, ਅੰਦਰ ਦੇ ਅੰਦਰ ਸਭ ਕੁਛ ਅੰਤ ਨਿਰੰਤਰੇ। ਸਾਚਾ ਜੋ ਮਿਲੇਗਾ ਤੈਨੂੰ ਤੇਰੇ ਆਪਣੇ ਅੰਦਰ ਮਿਲਣਾ। ਇਸ ਕਰਕੇ ਲੇਕਿਨ ਪੜ੍ਹਿਆ ਨਹੀਂ ਭੇਦ ਬੁੱਝਿਆ ਪਾਵਣਾ। ਅਕਲੀ ਪੜ੍ਹ ਕੇ ਕਿਉਂ? ਇਹ ਪਹਿਲੀ ਤੋਂ ਕਹੋ ਸਲੋਕ ਦੀ ਬਾਬੇ ਨਾਨਕ ਦੀ। ਅਕਲੀ ਪੜ੍ਹ ਕੇ ਬੁੱਝ ਗਏ। ਜਿਹੜਾ ਨਹੀਂ ਬੁੱਝਦਾ ਉਹਦੇ ਲਈ ਅਖੀਰਲੀ ਲਾਈਨ ਆਉਂਦੀ, ਨਾਨਕ ਹੋਰ ਗੱਲਾਂ ਸ਼ੈਤਾਨ। ਅਕਲੀ ਪੜ੍ਹ ਕੇ ਬੁੱਝ ਗਏ, ਅਕਲੀ ਪਾਈਏ ਮਾਨ ਉਹਦੀ ਦਰਗਾਹ 'ਚ। ਅਕਲ ਨਾਲ ਰੱਬ ਨੂੰ ਸੇਵਣਾ ਹੈ, ਅਕਲੀ ਸਾਹਿਬ ਸੇਵੀਏ, ਅਕਲੀ ਕੀਚੇ ਦਾਨ। ਇੱਦਾਂ ਅਕਲੀ ਪੜ੍ਹ ਕੇ ਬੁੱਝ ਗਏ। ਔਰ ਅਖੀਰ 'ਤੇ ਉਹ ਲਾ ਗਏ ਵੀ ਨਾਨਕ ਆਖਣੇ ਰਾਹ ਇਹੋ। ਰਾਹ ਆਖਣ ਦਾ ਵੈ ਨਾਮ ਦੇ। ਹੋਰ ਗੱਲਾਂ ਸ਼ੈਤਾਨ ਉਰਦੂ ਦਾ ਲਫ਼ਜ਼ ਹੈ। ਹੋਰ ਗੱਲਾਂ ਸ਼ੈਤਾਨ ਇਹ 5 ਸ਼ੈਤਾਨਾਂ ਨੂੰ ਉਰਦੂ 'ਚ 5 ਸ਼ੈਤਾਨ ਈਵਲ ਫੋਰਸਿਸ ਬਾਈਬਲ 'ਚ ਕਿਹਾ। ਇਸ ਕਰਕੇ ਇਹ ਸਾਰੇ ਜਿਹੜੇ 5 ਸ਼ੈਤਾਨ ਕਰਾ ਰਹੇ ਜਿਹਦੇ ਨਾਲ ਤੇਰਾ ਨਗਰ ਭਰਿਆ ਪਿਆ, ਜੇ ਤੂੰ ਨਾਮ ਨੂੰ ਆਖੇਂਗਾ ਇਹ ਸਾਰੇ ਫਲ ਮਿਲਣੇ। ਇਸ ਕਰਕੇ ਅਕਲੀ ਪੜ੍ਹ ਕੇ ਬੁੱਝ ਗਏ, ਅਕਲੀ ਪਾਈਏ ਮਾਨ, ਅਕਲੀ ਕੀਚੇ ਦਾਨ। ਚੱਲਦੇ ਸਲੋਕ ਫਿਰ ਨਾਨਕ ਆਖੇ ਰਾਹ ਇਹੋ, ਨਾਨਕ ਆਖਣੇ ਰਾਹ ਇਹੋ। ਹੋਰ ਗੱਲਾਂ ਆਹ ਗੱਲ ਹੈ ਵੀ ਕਾਮੇ ਕ੍ਰੋਧੇ ਨਗਰ ਬਾ ਭਰਿਆ। ਅਸੀਂ ਪਾਠ ਕਰੀ ਜਾਂਦੇ ਸਾਰੀਆਂ, ਨਾਮ ਨਹੀਂ ਜਪਦੇ। ਇਸ ਕਰਕੇ ਸਾਰੀ ਚੀਜ਼ ਤੇ ਹੈ ਵੀ ਇਹਨੂੰ ਬੁੱਝਣਾ ਸ਼ੁਰੂ ਕਰੀਏ ਅੱਜ ਤੋਂ। ਕਾਮੇ ਕਰੋ ਦੇ ਨਗਰ ਬਾਹੁ ਭਰਿਆ, ਮੇਲੇ ਸਾਧੂ ਖੰਡਲ ਖੰਡਾ ਹੈ, ਪੂਰਬੇ ਲਿਖਤ ਲਿਖੇ ਗੁਰ ਪਾਇਆ, ਮਨੇ ਹਾਰ ਲੇਵ ਮੰਡਲ ਮੰਡਾ ਹੈ। ਜਦੋਂ ਮਨ ਨੂੰ ਚੜ੍ਹਾਈ ਸ਼ੁਰੂ ਹੋ ਗਈ, ਸਾਫ ਲਿਖਿਆ ਮਨ ਚੜ੍ਹਿਆ 10ਵੇਂ ਆਕਾਸ਼, 10ਵੇਂ ਦੁਆਰ ਤੱਕ ਜਾਂਦਾ ਹੈ। ਮਨ ਚੜ੍ਹਿਆ 10ਵੇਂ ਆਕਾਸ਼, ਇੱਥੇ ਊਂਘ ਨਾ ਭੁੱਖ। ਉਦੋਂ ਬੰਦੇ ਨੂੰ ਨਾ ਭੁੱਖ ਲੱਗਦੀ ਨਾ ਐਸੀ ਲਿਵਦੀ। ਗਾਂ ਲਿਵ ਦੀ ਅਵਸਥਾ ਹੋਰ ਵੀ ਇਹਦੇ ਨਾਲੋਂ ਗਾਂ, ਤਾੜੀ ਦੀ ਅਵਸਥਾ
ਫਿਰ ਸੰਭਾਲਣ ਦੀ ਅਵਸਥਾ, ਪਰ ਚੱਲਣੀਆਂ ਸਾਰੀਆਂ ਜਪਣ ਤੋਂ ਬਾਅਦ ਧਿਆਉਣਾ, ਧਿਆਉਣ ਤੋਂ ਬਾਅਦ ਸਿਮਰਨ, ਹਿਰਦੇ ਸਿਮਰਨ ਤੋਂ ਬਾਅਦ ਸੰਭਾਲਣਾ, ਉਹਦੇ ਦਰ ਦੀ ਅਵਸਥਾ, ਮਨ ਚੜ੍ਹ ਜਾਂਦਾ, ਲਿਵਤ ਸ਼ੁਰੂ ਹੋ ਜਾਂਦੀ। ਲਿਵਤ ਦੀ ਜਿਹੜੀ ਅਵਸਥਾ ਹੈ ਇਹ ਐਸੀ ਹੈ ਜਿਹੜੀ ਇਹੋ ਮਹੱਲਾ ਖੋਲ੍ਹੇਗਾ। ਲਿਵਤ ਕਿੱਥੇ ਲੱਗਦੀ ਹੈ? ਕਹਿੰਦੇ ਤੇਰਾ ਮਨ ਤੇ ਖਿਨ ਭਰਮ ਉੱਧਰ ਅਦਰ ਜਾਂਦਾ। ਮਨ ਖਿਨ ਭਰਮੇ ਬਹੁਤ ਆਵੈ, ਤਿਲ ਘਰੇ ਨਹੀਂ ਵਾਸਾ ਪਾਈਏ। ਘਰ ਹਮੇਸ਼ਾ ਹੀ ਜਿਸਮ ਵੱਲ ਇਸ਼ਾਰਾ, ਇਹ ਜਿਸਮ 'ਚ ਰਹਿੰਦਾ ਹੀ ਨਹੀਂ। ਮਨ ਖਿਨ ਭਰਮੇ ਮਾਇਆ ਬਹੁਤ ਆਵੈ, ਤਿਲ ਇੱਕ ਨਿੱਕੀ ਜਿਹੀ ਚੌਲਾਂ ਨਾਲੋਂ ਵੀ ਛੋਟੀ ਨਿੱਕੀ ਜਿਹੀ ਤਿਲ ਹੁੰਦੇ, ਜਦੋਂ ਤੇਲ ਕੱਢੀ ਇੰਨੀ, ਕਹਿੰਦੇ ਇੱਕ ਭਰਲੀ ਵੀ ਨਹੀਂ ਅੰਦਰ ਖੜੋਂਦਾ। ਮਨ ਖਿਨ ਭਰਮੇ ਬਹੁਤ ਆਵੇ, ਤਿਲ ਘਰੇ ਨਹੀਂ ਵਾਸਾ ਪਾਈਏ। ਕੀ ਹੋਇਆ? ਗੁਰੇ ਅੰਕਸ ਸ਼ਬਦ ਦਾਰੂ ਸਿਰ ਧਾਰਿਓ, ਘਰ ਮੰਦਰੀ ਆਣ ਵਸਾਈਏ। ਛੋਟੀ ਦੀਆਂ ਤੋਂ ਕਹਿਣਾ ਨਾਲ ਲਿਵ ਚਾਉਣਾ। ਹੁਣ ਮਨ ਖਿਨ ਭਰਮੇ ਬਹੁਤ ਆਵੇ, ਤਿਲ ਘਰੇ ਨਹੀਂ ਵਾਸਾ ਪਾਈਏ। ਘਰ ਹੈ ਜਿਸਮ 'ਚ ਨਹੀਂ ਰਹਿੰਦਾ, ਵਿਚਾਰਾਂ ਰਾਹੀਂ ਬਾਹਰ ਜਾਂਦਾ ਹੈ। ਗੋਰੇ ਮੇਰੇ ਗੁਰੂ ਨੇ, ਗੋਰੇ ਅੰਕਸ ਕਹਿੰਦੇ ਹਾਥੀ ਤੇ ਜਿਹੜਾ ਸੂਆ ਮਾਰਦੇ ਆ ਤਾਂ ਤੁਰਦਾ ਉਹ। ਹਾਥੀ ਸਾਡਾ ਮਾਨ ਹੈ, ਔਰ ਹਾਥੀ 'ਚ ਸਭ ਤੋਂ ਜ਼ਿਆਦਾ ਸੈਕਸ ਹੁੰਦਾ, ਕਾਮ ਹੁੰਦਾ, ਔਰ ਇਹੋ ਹੀ ਸਾਡਾ ਨਗਰ ਭਰਿਆ ਪਿਆ ਕਾਮੇ ਕ੍ਰੋਧੇ। ਜਦੋਂ ਉਹਨੇ ਹਾਥੀ ਨੂੰ ਅੰਕਸ ਨਾ ਤੁਰਦਾ ਮਾਰ ਕੇ, ਲੋਹੇ ਦੀ ਸੂਆ ਜਿਹਾ ਹੁੰਦਾ ਉਹਦੇ ਮੱਥੇ ਪਿੱਛੋਂ ਮਾਰਦੇ, ਉਹਦੇ ਟੋਟਰ 'ਚ ਮਹਾਵਤ ਜਿਹੜਾ ਚਲਾਉਣ ਵਾਲਾ ਹੁੰਦਾ, ਫਿਰ ਉਹਨੂੰ ਕੁਛ ਦੁੱਖ ਲੱਗਦਾ ਤੇ ਉਹ ਤੁਰਦਾ। ਤੀਸਰਾ ਉਹਦਾ ਹੋਰ ਇਲਾਜ ਕਰਾਉਂਦੇ ਆ, ਹਾਥੀ ਨੂੰ ਸ਼ਰਾਬ ਪਿਲਾ ਦਿੰਦੇ, ਉਹ ਮਸਤ ਹੋ ਕੇ ਫਿਰ ਤੁਰਿਆ ਜਾਂਦਾ। ਦੋ ਚੀਜ਼ਾਂ ਨਾਲ ਹਾਥੀ ਨੂੰ ਇਹ ਹਿਲਦਾ ਜੁਲਦਾ ਜਾਂ ਆਪਣੀ, ਉਹਨੂੰ ਸ਼ਰਾਬ ਪਿਲਾਉਂਦੇ, ਉਹਨੂੰ ਦਾਰੂ ਕਿਹਾ। ਸਾਡੇ ਪਿੰਡੀ ਸਾਈਂ ਜਿਹੜੇ ਕਹਿੰਦੇ ਦਾਰੂ, ਸ਼ਰਾਬ। ਹਾਥੀ ਦੇ ਅੰਕਸ ਵੱਜਦਾ, ਉਹਨੂੰ ਦਾਰੂ ਮਿਲ ਜਾਂਦਾ, ਫਿਰ ਉਹ ਆਰਾਮ ਨਾਲ ਕਾਬੂ 'ਚ ਰਹਿੰਦਾ। ਇਸ ਕਰਕੇ ਘਰੇ ਮੰਦਰੇ ਆਣ ਵਸਾਈਏ। ਜਿਸਮ ਦੇ ਅੰਦਰ ਹੀ ਮੰਦਰ ਹੈ ਜਿਹੜਾ ਸਾਡਾ, ਉਹਦੇ ਅੰਦਰ ਹੀ ਟਿਕ ਜਾਂਦਾ। ਰਹਾਉ ਤੋਂ ਬਾਅਦ, ਉਤਲੀਆਂ ਤੁਕਾਂ ਤੋਂ ਬਾਅਦ ਰਹਾਉ 'ਚ ਸਮਾਉਣਾ ਇਹਨਾਂ ਨੇ। ਉਸੇ ਮਹੱਲੇ ਦੇ ਸ਼ਬਦ ਆ, ਮਹੱਲੇ ਚੌਥੇ ਦਾ ਲਿਵ ਦੀ ਅਵਸਥਾ ਦੱਸਣਗੇ। ਮਨ ਖਿਨ ਭਰਮੇ ਬਹੁਤ ਆਵੈ, ਤਿਲ ਘਰੇ ਨਹੀਂ ਵਾਸਾ ਪਾ। ਇਹ ਹੁਣ ਸਾਰੇ ਕੀ ਚੀਜ਼ ਹੈ? ਗੁਰੂਆਂ ਨੇ ਸਾਰਾ ਐਕਸਪੈਰੀਮੈਂਟ ਕੀਤਾ, ਤਜਰਬਾ ਕਰਕੇ ਸਾਡੇ ਲਈ ਗਾਈਡਲਾਈਨ ਦੱਸੀਆਂ ਵੀ ਤੁਸੀਂ ਵੀ ਇਹ ਕਰ ਸਕਦੇ ਹੋ। ਮਨੇ ਹਰ ਲਿਵ ਮੰਡਲ ਮੰਡਾ ਹੈ, ਅਸੀਂ ਉਹ ਖੋਲ ਰਹੇ ਹਾਂ। ਮਨ ਖਿਨ ਭਰਮੇ ਬਹੁਤ ਆਵੈ, ਤਿਲ ਘਰੇ ਨਹੀਂ ਵਾਸਾ ਪਾਈਐ। ਗੁਰੇ ਰਾਰੀ ਨੂੰ ਸਿਹਾਰੀ ਹੈ। ਮੇਰਾ ਗੁਰੂ ਕੌਣ ਹੋ? ਸਤਿਗੁਰੂ। ਗੁਰੇ ਅੰਕਸ ਸ਼ਬਦ ਦਾਰੂ, ਸ਼ਬਦ ਹੈ ਗੁਰਮੰਤਰ ਵਾਲੀ ਇਸ਼ਾਰਾ। ਗੁਰੇ ਅੰਕਸ ਸ਼ਬਦ ਦਾਰੂ ਸਿਰ ਧਾਰਿਓ, ਘਰ ਮੰਦਰੀ ਆਣ ਵਸਾਈਏ। ਗੋਬਿੰਦ ਜੀਓ ਸਤ ਸੰਗ ਤੇ ਮੇਲੇ ਹਰ ਧਿਆਈਏ। ਗੋਬਿੰਦ ਜੀਓ ਸਤ ਸੰਗ ਤੇ ਮੇਲੇ ਹਰ ਧਿਆਈਏ। ਹਉਮੈ ਰੋਗ ਗਿਆ ਸੁਖ ਪਾਇਆ, ਹਰ ਸਹਿਜ ਸਮਾਧੇ ਲਗਾਈ। ਸਮਾਧ ਦੀ ਅਵਸਥਾ, ਲਿਵ ਦੀ ਅਵਸਥਾ ਉਸ ਵੇਲੇ ਆਉਂਦੀ, ਉਹ ਸਹਿਜ ਨਹੀਂ ਸਮਾਧੀ ਲੱਗ ਜਾਂਦੀ। ਉਸ ਵੇਲੇ ਮਨੇ ਹਰ ਲਿਵ ਮੰਡਲ ਮੰਡਾ ਹੈ। ਉਹ ਜੜੀਆਂ ਉਹ ਚੀਜ਼ ਆ ਐਸੀ ਹੈ ਲਿਵ ਦੀ ਅਵਸਥਾ ਪਈ। ਇਹ ਹੋਣੀ ਜਪ ਕੇ ਹੈ, ਪਰ ਮਨ ਨਾ ਖੜਾ ਹੋ ਜਾਣਾ। ਜਦੋਂ ਗੁਰੂ ਨੇ ਅੰਕਸ ਸ਼ਬਦ ਦੀ ਕਲਾ ਵਰਤਾਈ ਤੇਰੇ ਤੇ, ਉਦੋਂ ਇਹਨੇ ਖੜਾ ਹੋ ਜਾਣਾ ਅੰਦਰ। ਫਿਰ ਗੋਬਿੰਦ ਜੀਓ, ਫਿਰ ਤੈਨੂੰ ਅੰਦਰ ਸੱਤ ਦੀ ਸੰਗ ਮਿਲਣੀ ਹੈ। ਬਾਹਰ ਸੰਗਤ ਹੈ, ਸੱਤ ਸੰਗਤ। ਗੋਬਿੰਦ ਜੀਓ ਸਤ ਸੰਗ ਤੇ ਮੇਲੇ, ਉੱਥੇ ਮੇਰਾ ਧਿਆਨ ਲੱਗ ਜਾਣਾ। ਹਰ ਧਿਆਈਏ। ਉੱਥੇ ਕੀ ਹੋਣਾ? ਹਉਮੈ ਰੋਗ ਗਿਆ ਸੁਖ ਪਾਇਆ, ਹਰ ਸਹਿਜ ਸਮਾਧੇ। ਸਮਾਧ ਨਹੀਂ ਹੈ ਉੱਥੇ, ਸਮਾਧੇ ਲਗਾਈਏ। ਤਾਂ ਉਹ ਮਨ ਵੀ ਇੱਥੇ ਇਸ ਤਰ੍ਹਾਂ ਪਈ। ਪੂਰਬੇ ਲੇਖਤ ਲਿਖੇ ਗੁਰ ਪਾਇਆ, ਮਨੇ ਹਾਰ ਲੇਵ ਮੰਡਲ ਚੜ੍ਹਦੀਆਂ ਚੜ੍ਹਾਈਆਂ ਗਾਂ। ਸਭ ਤੋਂ ਜ਼ਿਆਦਾ ਸਪੀਡ ਸੁਰਤ ਦੀ ਹੈ।
ये मंडल ही मंडल गां सुरतां लंघदियां चढ़ाई हुंदी है सारी। और जूं जूं होर कमाई करदा गां तो गां स्पिरिचुअल स्टेजां आउंदियां। हर ले मंडल मंडा है ये कहलाता आ गया रहाव तो बाद पहली स्टेज। अगली चढ़दी आ रहाव हली आउणा वै। ये चार तो कह रहाव तो पहलियां है। लिव दी अवस्था पा गई इथों गार कहंदे ਇੱਥੇ ਆਣ ਕੇ ਉਹ ਸਾਧੂ ਅੰਦਰ ਪ੍ਰਗਟ ਹੋ ਜਾਂਦਾ ਹੈ। ਕਰੇ ਸਾਧੂ ਅੰਜੁਲੀ ਪੁੰਨ ਵੱਡਾ ਹੈ। ਫਿਰ ਰਹਾਉ ਦੀ ਦੂਸਰੀ ਵੀ ਤੋਕ ਕਰੇ ਡੰਡੌਤ ਪੁੰਨ ਵੱਡਾ ਹੈ। ਦੋ ਕਰਮ ਕਾਂਡ ਭਾਰੇ ਚੱਲ ਰਹੇ ਸੀ ਬ੍ਰਹਮਣਵਾਦ ਦੇ ਜਿਹੜੇ ਕੱਟੇ ਆ ਰਹਾਉ ਨਾਲ ਪਈ ਯੁੱਗਾਂ ਯੁੱਗਾਂ 'ਚ ਜਿਹੜਾ ਸਾਧੂ ਬਾਹਰ ਹੁੰਦਾ ਸੀ ਉਹ ਅੰਜਲੀ ਕਰਦਾ ਸੀ। ਜਿੱਦਾਂ ਬ੍ਰਾਹਮਣ ਚੂੜੀਆਂ ਛੱਡਦਾ ਹੈ ਪਾਣੀ ਦੀ ਚੂੜੀਆਂ ਹੋਰ ਦਾਨ ਕਰ, ਉਹ ਦਾਨ ਕਰਾਉਂਦਾ ਸੀ ਚੂੜੀ ਫਿਰ ਛੱਡਦਾ ਸੀ ਵੀ ਤੇਰਾ ਦਾਨ ਪ੍ਰਵਾਨ ਹੋ ਗਿਆ। ਫਿਰ ਉਹਨੇ ਜਜਮਾਨ ਹੋਰ ਦਾਨ ਕਰ, ਇਹਦੀ ਵੀ ਲੈ ਮੈਂ ਤੈਨੂੰ ਚੂੜੀ ਛੱਡਦਾ। ਉਹ ਚੂੜੀਆਂ ਛੱਡਦੇ ਸੀ। ਅੰਜਲੀ ਪੁੰਨ ਵੱਡਾ ਉਹ ਵਿਚਾਰਾ ਜ਼ਿਮੀਂਦਾਰ ਕੋਲ ਅੱਗੇ ਹੈ ਨਹੀਂ ਸੀ ਅਤੇ ਉਹ ਚੂੜੀਆਂ ਹੋਰ ਕਹਿ ਮਾਈ ਹੋਰ ਚੂੜੀ ਛੱਡਦਾ ਮੈਂ ਇੱਕ ਦਾਨ ਕਰ। ਕਹਿੰਦੀ ਉਹ ਕਹਿੰਦੀ ਜਿੰਨੀ ਤੂੰ ਮੈਨੂੰ ਨਲਾ ਕੇ ਪੁੰਨ ਕਰਾ ਰਿਹਾ ਬਾਠ ਕੇ ਆਪ ਵੀ ਤੂੰ ਨਹਾ ਕੇ ਬੈਠਾ ਚੁਲੀਆਂ ਛੱਡ ਰਿਹਾ। ਮਾਈ ਤੰਗ ਆ ਕੇ ਕਹਿੰਦੀ ਜਿੰਨੀ ਨਹਾਤੀ ਉਨਾ ਪੁੰਨ ਬਸ ਵੇ ਨਾ ਜਾ ਹੋਰ ਨਾ ਮੁੰਨ ਤੇ ਉਹ ਸਾਰਾ ਅੰਜਲੀ ਇਹ ਜਿਹੜੇ ਪੁੰਨ ਹੁਣ ਕਰਾ ਰਹੇ ਨੇ। ਹੁਣ 5 ਸਿੰਘਾਂ ਨੂੰ ਪ੍ਰਸ਼ਾਦੇ ਛਕਾ ਰਹੇ ਨੇ। ਸਾਡੇ ਉਹਨਾਂ ਦੇਸ਼ਾਂ 'ਚ ਅਮਰੀਕਾ ਕੈਨੇਡਾ 5 ਸਿੰਘਾਂ ਨੇ ਜੀ ਅਰਦਾਸ ਕਰੋ ਭਾਈ 5 ਸਿੰਘਾਂ ਦੇ ਤੇ ਅੰਦਰ ਚੱਲਣ ਦਾ 5 ਸਿੱਖਾਂ ਦੇ ਅੰਦਰ ਚੱਲਣ ਦਾ ਹੁਕਮ ਸੀ। ਬੰਦਾ ਬਹਾਦਰ ਵਰਗਾ 5 ਸਿੱਖਾਂ ਦੇ ਹਵਾਲੇ ਸੀ। ਅਸੀਂ ਕਿਹੜੀ ਬਾਗ ਦੀ ਆਪ 5 ਸਿੱਖਾਂ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੌਦ ਲਈ ਸਾਰੇ ਸਾਨੂੰ 5 ਦੇ ਡਿਕਟੇਟਰਸ਼ਿਪ ਖਤਮ ਕੀਤੀ ਹੈ। ਇਸ ਤਰ੍ਹਾਂ ਕੱਲਾ ਸਾਧੂ ਕੱਲਾ ਇਹ ਚੀਜ਼ਾਂ ਖਤਮ ਕੀਤੀਆਂ ਅਤੇ ਸਾਨੂੰ ਜਿਹੜਾ ਪੁੰਨ ਦਾਨ ਜਾਂ ਸਾਰਾ ਹੈ ਸਦਾ ਲਈ ਤੁਕ ਯਾਦ ਰੱਖਿਆ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰੇ ਨਾਮ। ਉਹ ਕੀ ਹੈ? ਹਰ ਹਰ ਰਸਨਾ ਜੋ ਜਪੇ ਤਿਸ ਪੂਰਨ ਕਾਮ। ਰਹਾਓ ਤੂੰ ਨਾਮ ਜਪ 'ਚ ਸਭ ਕੁਛ ਹੀ ਆ ਜਾਂਦਾ। ਇਸ ਕਰਕੇ ਜਿਹੜਾ ਪੁੰਨ ਦਾਨ ਸਾਰਾ ਹੈ ਮਨੇ ਕਹਿੰਦਾ ਵੀ ਜਦ ਤੇਰੀ ਲਿਵ ਦੀ ਅਵਸਥਾ ਹੋ ਗਈ ਨਾ ਇੱਥੇ ਤੱਕ ਪਹੁੰਚਣਾ। ਕਾਮੇ ਕ੍ਰੋਧੇ ਨਗਰ ਬਾ ਭਰਿਆ ਮਿਲੇ ਸਾਧੂ ਖੰਡਲ ਖੰਡਾ ਹੈ। ਪੂਰਵੇ ਲਿਖਤ ਲਿਖੇ ਗੁਰ ਪਾਇਆ ਮਨੇ ਹਰ ਲਿਵ ਦੀ ਅਵਸਥਾ ਤੱਕ ਹੋ ਜਾਣੀ ਆ। ਉੱਥੋਂ ਬਾਅਦ ਫਿਰ ਉੱਥੇ ਉਹ ਸਾਧੂ ਬੈਠਾ ਕਰ ਸਾਧੂ ਜਿੱਦਾਂ ਕਿਸੇ ਬੀਬੀ ਨੂੰ ਕਹਿੰਦਾ ਬੀਬੀ ਤੂੰ ਕੋਈ ਖਸਮ ਕਰ ਲੈ ਸਿੱਧੇ ਜਿਹੇ ਲਫ਼ਜ਼ ਇੱਦਾਂ ਬਗੈਰ ਸਾਧੂ ਤੋਂ ਗੁਜ਼ਾਰ ਨਹੀਂ। ਪਰ ਸਾਧੂ ਸਾਰੇ ਜਿਹੜੇ ਦੇਹ ਚਾਹੋ ਬਣੀ ਬੈਠੇ ਆ। ਇਹ ਬਾਕੀ ਕੰਮਾਂ 'ਚ ਸੀ ਸਾਡੇ 'ਚ ਨਹੀਂ ਹੈ ਇਸ ਗਿਆਨ। ਕਰ ਸਾਧੂ ਜਿਹੜਾ ਉਹ ਸਾਧੂ ਨੂੰ ਕਰ ਲੈਣਾ ਹੈ ਸਭ ਕੁਝ ਵੀ ਸਾਡਾ ਉਹੀ ਹੈ। ਉਹੀ ਪੁੰਨ ਹੈ, ਉਹੀ ਅੰਜਲੀ ਹੈ, ਉਹੀ ਸਭ ਤੋਂ ਵੱਡੀ ਚੀਜ਼ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਬੜਾ ਭਾਰ ਹੈ ਸਾਧੂ ਦਾ ਅੰਦਰ ਆ ਜਾਣਾ। ਹਾਥੀ ਦੇ ਪੈਰ 'ਚ ਸਾਰਿਆਂ ਦਾ ਪੈਰ ਨਾਮ ਜਪ ਲਿਆ ਸਭ ਕੁਛ ਕਰ ਲਿਆ। ਪਾਠ ਨੂੰ ਸਮਝਿਆ ਕੀ ਕਹਿ ਰਿਹਾ ਹੈ। ਪਾਠ ਕਹਿ ਰਿਹਾ ਹੈ ਇਹ ਪਾਵਨਦਾਨ ਜੇ ਸਾਰੇ ਜੋ ਇਹ ਬ੍ਰਹਮਣਵਾਦ ਹੈ ਇਹ ਨਹੀਂ ਅਸੀਂ ਕਰਨੇ। ਅਸੀਂ ਸਦਾ ਹੀ ਕਿਹਾ ਕਰਦੇ ਹਾਂ ਭਾਈ ਅਰਦਾਸ ਕਿਤੇ ਨਹੀਂ ਲਿਖੀ ਗੁਰੂ ਗ੍ਰੰਥ ਸਾਹਿਬ 'ਚ। ਕਿਤੇ ਬਾਣੀ 'ਚ ਜਿਹੜੀ ਅਰਦਾਸ ਕਰਦੇ ਹਾਂ ਪ੍ਰਾਤਨ ਸਿੰਘਾਂ ਨਾਲ ਸ਼ਕਤੀ ਲੈਣ ਲਈ ਸਾਰਿਆਂ ਦੀ ਲਿਖੀ ਹੈ ਬੜੀ ਚੰਗੀ ਹੈ। ਜਿੰਨੀ ਚਿਕਰ ਉਹ ਉੱਥੇ ਨਹੀਂ ਬਦਲਾਉਂਦੀ ਸੈਂਟਰ 'ਚ ਸਾਹ ਹਾਲੀ ਤੱਕ ਨਹੀਂ ਕਰੀ ਚਲੋ ਕਿਸੇ ਨੂੰ ਅਸੀਂ ਕੁਛ ਇਹ ਕਿਉਂਕਿ ਕੌਮ ਇਕੱਠੀ ਨਹੀਂ ਰਹੇਗੀ। ਨਹੀਂ ਤੇ ਇਕੱਠੀ ਕਰਨੀ ਹੈ ਅਤੇ ਗਿਆਨ ਦੀ ਖੜਗ ਨਾਲ ਇਕੱਠੀ ਕਰਨੀ ਹੈ। ਗੁਰ ਤੇ ਗਿਆਨ ਪਾਇਆ ਅਤੇ ਖੜਗ ਜਿਨ ਚੱਕਰ ਨਿਤ ਨੇਮ ਦੀ ਬਾਣੀਆਂ ਸਾਫ਼ ਨਹੀਂ ਹੁੰਦੀਆਂ ਹੁਣ ਚੱਕਰ ਕਦੀ ਅਸੀਂ ਸੁਪਨਾ ਨਹੀਂ ਲੈ ਸਕਦੇ ਵੀ ਅਸੀਂ ਇਕੱਠੇ ਹੋ ਜਾਵਾਂਗੇ। ਜੋ ਬਾਣੀ ਕਹਿੰਦੀ ਉਹਦੇ ਮੁਤਾਬਕ ਮੈਨੇ ਇੱਕ ਹੋਣ ਔਰ ਸਾਰੀ ਕੌਮ ਉਹਦੇ ਉੱਤੇ ਚੱਲੇ। ਕੋਈ ਪਹਿਨੇ ਲਿਖਣ ਵਾਲਾ ਕੋਈ ਕਰੀ ਜਾਂਦਾ। ਕਦੀ ਜ਼ਮਾਨਾ ਆਏਗਾ ਵੀ ਕਿਤਾਬ ਉਹ ਛਪ ਸਕੇਗੀ ਜਿਹੜੀ ਕਿ ਸੈਂਟਰ 'ਚ ਗਿਆ ਅਕਾਲ ਤਖਤ ਪਾਸ ਕਰੇਗਾ ਵੀ ਹਾਂ ਇਹਦੇ ਮੈਨੇ ਠੀਕ ਹੈ ਨਾਮ ਜਪਣ ਵਾਲੇ ਹੈ ਬਾਕੀ ਨਹੀਂ। ਕਦੀ ਭਾਰੇ ਕੌਮ ਇਕੱਠੀ ਹੋ ਕੇ ਕੰਮ ਹੋਏਗਾ ਸਾਰਾ ਕੁਝ। ਇਸ ਕਰਕੇ ਅਰਦਾਸ ਲਿਖੀ ਨਹੀਂ ਹੈ। ਇਹ ਅਸੀਂ ਸਦਾ ਲਈ ਦੱਸ ਦਈਏ ਵੀ ਇਹ
चंडी दी वार दी पहली पौड़ी है। प्रथम भगवती सिमर के गुरु नानक लई रखिया मंगी है 10 गुरुआं दी पिछे, तो पहली पौड़ी है। दूसरी पौड़ी ਉਹਦੇ 'ਚ है भी आपे ही तू सार के सारा नाश कराया और तैथों ही बल राम जी लै नाल बाणा दह सरकाया, तैथों ही बल कृष्ण जी लै फड़ के सिंह कंस गिराया। पौड़ी है दूसरी। पहली पौड़ी अरदास दी है। पर ਸਿੰਘ ਭਰਾ ਤਾਂ ਇੰਨੇ ਲੜ ਪਿੰਡ ਸਾਰਾ ਉਹਨਾਂ ਨੇ ਸ਼ਕਤੀਆਂ ਲਈਆਂ, ਹਾਲੀ ਉਹਨਾਂ ਦਾ ਹੀ ਚੱਲਣ ਦੇ ਉਹ ਸਾਰਾ ਕੰਮ। ਲੇਕਿਨ ਇਹ ਚੀਜ਼ ਲਿਖੀ ਨਹੀਂ ਹੈ ਕਿਤੇ ਬਾਣੀ 'ਚ। ਬਾਣੀ ਬਹੁਤ ਉੱਚੀ ਚੀਜ਼ ਹੈ। ਤੋ ਕਰ ਸਾਧੂ ਇਹੋ ਹੀ ਅੰਜਲੀ ਹੈ, ਇਹੋ ਹੀ ਪੁੰਨ ਹੈ ਵੱਡਾ ਹੈ। ਕਰ ਡੰਡੌਤ ਪੁੰਨ ਵੱਡਾ ਹੈ। ਦੂਸਰਾ ਫਿਰ ਸਾਧੂਆਂ ਨੂੰ ਡੰਡੌਤ ਕਰਦੇ ਸੀ। ਸਾਡੇ ਮਹਾਰਾਜ ਨਾ ਦੀਖਿਆ ਦੇਣ ਲੱਗੇ, ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਵਾਏ ਅਕਾਲ ਪੁਰਖ ਤੋਂ ਅਸੀਂ ਨਮਸਤੰ ਕਾਲੇ ਨਮਸਤੰ। ਕਿਸੇ ਨੂੰ ਨਮਸਤੇ ਨਹੀਂ ਅਸੀਂ ਕਰ ਸਕਦੇ, ਪਰ ਆਦਰ ਲਈ ਮਾਂ ਬਾਪ ਨੂੰ ਵੀ ਮੱਥਾ ਟੇਕਿਆ। ਸਾਕਤ ਜਿਹੜਾ ਹੈ ਰੱਬ ਨੂੰ ਨਹੀਂ ਮੰਨਦਾ, ਜੇ ਇਸ ਰਾਹ 'ਤੇ ਨਹੀਂ ਪਿਆ ਉਹਨੂੰ ਹਰ ਰਸ ਦਾ ਸਵਾਦ ਨਹੀਂ ਆਉਣਾ। ਸਾਕਤ ਹਰ ਰਸ ਸਾਧ ਨਾ ਜਾਣਿਆ। ਸਵਾਦ ਨਹੀਂ ਲੈ ਸਕਦੇ ਕਿਉਂਕਿ ਗੀਤ ਹੈ। ਸਾਧ ਦਾ ਮਤਲਬ ਸਵਾਦ ਨਹੀਂ ਉਹ ਜਾਣ ਸਕਦਾ ਸਾਕਤ ਬੰਦਾ, ਕਿਉਂਕਿ ਉਹਦੇ ਅੰਦਰ ਹਉਮੈ ਨਹੀਂ ਮੁੱਕੀ ਹੁੰਦੀ। ਕਹਿੰ ਅੰਤਰੇ ਹਉਮੈ ਦਾ ਕੰਡਾ, ਜਿੱਦਾਂ ਅੱਡੀ 'ਚ ਕੰਡਾ ਲੱਗ ਜਾਏ ਤੇ ਬੰਦਾ ਲੰਗਾ ਡੋਰੀਆ ਤੁਰਦਾ ਰਹਿੰਦਾ ਕਹਿੰਦਾ, ਇੱਦਾਂ ਉਹਨਾਂ ਦੇ ਅੰਦਰ ਹਉਮੈ ਹੈ। ਅੱਗੇ ਆਏ ਜੀ ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇਂ। ਹਉਮੈ ਤੋਂ ਬਗੈਰ ਸੁੱਖ ਨਹੀਂ ਹੈ। ਹਉਮਾ ਜਿੰਨ ਚਿਰ ਅੰਦਰ ਹੈ ਤੈਨੂੰ ਸੁੱਖ ਨਹੀਂ ਮਿਲਣਾ। ਇਸ ਕਰਕੇ ਅਗਲੀ ਲਾਈਨ ਹੈ ਜਮਕਾਲ ਸਹਿ ਸਿਰ ਡੰਡਾ ਹੈ। ਉੱਤੇ ਜਮਕਾਲ ਉਹਨੂੰ ਪਏਗਾ, ਜਮਾਂ ਦੇ ਡੰਡੇ ਮਤਲਬ ਸਭ ਕੁਛ ਉਹਨੂੰ ਇਹ ਸਹਿਣਾ ਪੈਣਾ। ਅਗਲੀ ਲਾਈਨ ਆਈ ਹਰ ਜਨ ਹਰ ਹਰ ਨਾਮੇ ਸਮਾਣੇ। ਹਰ ਜਨ ਹਰ ਹਰ ਨਾਮ ਸਮਾਣੇ ਨਹੀਂ ਹੈ। ਪਾਰਸ਼ਦ ਪੜਨਾ ਹੈ ਦੇਖ ਕੇ ਨਾਮੇ ਮੰਮੇ ਨੂੰ ਸਿਆਰੀ ਹੈ। ਹਰ ਜਿਹੜੇ ਹਰੀ ਦੇ ਜਾਨ ਹੈ ਹਰ ਹਰ 2 ਵਾਰੀ ਲਿਖ ਗਏ ਉਹ ਨਾਮ ਜਪਣ ਤੇ। ਹਰ ਹਰ ਨਾਮੇ ਸਮਾਣੇ, ਨਾਮ ਜਪਣ ਦੇ ਵਿੱਚ ਉਹ ਸਮਾ ਜਾਣਗੇ। ਤੇ ਦੁੱਖ ਜਨਮ ਮਰਨ ਭਾਵਖੰਡਾ ਹੈ। ਦੁੱਖ ਜਨਮ ਮਰਨ ਸਾਰੇ ਉਹਦੇ ਜੀਂਦੇ ਜੀ ਉਹ ਜੀਵਨ ਮੁਕਤ ਹੋ ਜਾਂਦੇ। ਭਾਵਖੰਡਾ ਹੈ। ਅਬਨਾਸੀ ਪੁਰਖ ਉਹ ਜਿਹੜਾ ਨਹੀਂ ਕਦੀ ਮਰਨ ਵਾਲਾ, ਖੈ ਨਹੀਂ ਹੋਣ ਵਾਲਾ ਉਹ ਪੁਰਖ। ਔਰ ਖੱਥੇ ਨੂੰ ਔਂਕੜ ਹੈ। ਉਹ ਪੁਰਖ ਉਹੀ ਸਤਿਗੁਰੂ ਹੈ। ਪੁਰਖ ਪਾਇਆ ਪਰਮੇਸ਼ਰ ਵੀ ਪਾ ਲਿਆ। ਆਪ ਪਰਮੇਸ਼ਰ ਤੱਕ ਪਹੁੰਚ ਗਏ, ਪਰ ਕਾਹਦੇ ਨਾਲ ਪਹੁੰਚੇ? ਮਿਲੇ ਸਾਧੂ। ਪਹਿਲਾਂ ਸਤਿਗੁਰੂ ਅੰਦਰ ਆਏਗਾ ਪਾਵਰ, ਉਹ ਬਾਤ ਫਿਰ ਜੋੜੇਗੀ ਨਾਲ। ਹੁਣ ਪਾਰ ਬ੍ਰਹਮ ਆ ਗਿਆ। ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮ। ਇੱਥੇ ਨਹੀਂ, ਇੱਥੇ ਤਾਂ ਉਹਨਾਂ ਦੇ ਗਾਟੇ ਲੱਥਣਗੇ। ਇੱਥੇ ਤਾਂ ਤਤੀਆਂ ਤਵੀਆਂ 'ਤੇ ਬਿਠਾ ਲੈਣ। ਇੱਥੇ ਤਾਂ ਨਿੰਦਿਆ ਹੋਊਗੀ ਉਹਨਾਂ ਦੀ ਖੰਡਾਂ ਬ੍ਰਹਮੰਡਾਂ 'ਚ। ਉਹਨਾਂ ਦੀ ਬਹੁਤ ਸੋਭ ਆਏ ਨਹੀਂ ਉੱਥੇ ਖੰਡ ਬ੍ਰਹਮੰਡਾਂ 'ਚ। ਉੱਥੇ ਇੱਥੇ ਦੁਨੀਆ ਨੂੰ ਖੰਡ ਬ੍ਰਹਮੰਡਾ ਹੈ। ਹਾਂ ਗਰੀਬੀ ਆਈ। ਗੁਰੂ ਰਾਮਦਾਸ ਆ ਕਹਿੰਦੇ ਮੈਂ ਨਹੀਂ, ਮੇਰੀ ਸੁਵਿਧਾ ਨਹੀਂ ਹੈ, ਮੈਂ ਤੇ ਗਰੀਬ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਤੁਸੀਂ ਮੈਨੂੰ ਰੱਖ ਜਨ ਨਾਨਕ ਮੇਰੀ ਕਿਉਂ? ਕਿਉਂਕਿ ਮੈਂ ਨਾਮ ਤੋਂ ਬਗੈਰ ਮੇਰੀ ਟੇਕ ਹੀ ਨਹੀਂ। ਜਨ ਨਾਨਕ ਨਾਮ ਆਧਾਰ ਟੇਕ ਹੈ। ਹਰ ਨਾਮੇ ਹੀ ਸੁਖ ਮੰਡਾ ਹੈ। ਨਾਮ ਦੀ ਗੱਲ ਹੈ ਅਖੀਰ ਤੇ। ਲੇਕਿਨ ਇਹ ਸਾਰਾ ਸ਼ਬਦ ਐਸਾ ਹੈ, ਅਗਲਾ ਸ਼ਬਦ ਜਿਹੜਾ ਹੈ ਉਹਦੀ ਰਹਾਉ ਦੀ ਤੁਕ ਬਦਲੀ ਹੈ। ਇਹ ਸਾਰੇ ਸ਼ਬਦ ਅੰਦਰੋਂ ਕੱਢ ਕੇ ਪਾਏ। ਰਹਾਉ ਦਾ ਟਿਕਾਣਾ ਬਦਲ ਦਿੱਤਾ ਔਰ ਸੰਤ ਡਮੀਆਂ ਲਾਤਾ। ਅਗਲਾ ਸ਼ਬਦ ਉਹ ਹੈ ਕਰੂੰ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਵੀ ਸੰਤਾਂ ਦੀ ਟਹਿਲ ਕਰੋ, ਇਹ ਵੇਲਾ ਹੈ। ਇਹ ਤੋਂ ਕੁੱਤੇ ਲਿਆਤੀ। ਅੰਦਰ ਸ਼ਬਦ 'ਚ ਰਹਾਉ ਦਾ ਥਾਂ ਬਦਲ ਦਿੱਤਾ। ਐਡੀ ਵੱਡੀ ਅਵਗਿਆ ਹੋਈ। ਅਗਲਾ ਸ਼ਬਦ ਅਸੀਂ ਅਗਲੀ ਵਾਰੀ ਖੋਲਾਂਗੇ। ਔਰ ਉਹ ਭੇਦ ਨਿਕਲਦੇ ਨੇ ਵੀ ਇਹ ਗਲਤੀਆਂ ਜਿਹੜੀ ਗਲਤੀਆਂ ਨਹੀਂ ਆ ਉਹਨਾਂ ਨੂੰ, ਪਰ ਉਹ ਸੰਤਾਂ ਨੂੰ ਮੰਨਣ ਵਾਲੇ ਆ ਪਿੱਛੇ ਸਾਧੂ ਸਾਰਾ ਉਹਨਾਂ ਨੇ ਸੰਤ ਦੀ ਤੋਂ ਕੁੱਤੇ ਰੱਖ ਦਿੱਤੀ ਆ। ਜਿਹੜੇ ਕਰੋ ਬੇਨਤੀ ਸੰਤ ਹਲਕੇ ਵੇਲੇ ਇਹਾਂ ਖਾੜ ਚਲੋ ਹਰ ਲਾਗਾ ਆ ਗਏ। ਬਸ ਹੁਣ ਸੇਲਾ ਪਹਿਲਾਂ ਲਿਖਤਾ, ਅੱਗੇ ਲਿਖਿਆ ਔਦ ਕਟੈ ਦਿਨ ਸੁਰੈਣਾ ਰੇ ਮਨ ਗੁਰ ਮਿਲੇ ਕਾਲ ਸਵਾਰੇ। ਇਹ ਰਹਾਉ ਹੈ, ਇਹ ਪਹਿਲਾਂ ਸੀ। ਉਹ ਸੰਤ ਵਾਲੀ ਉਤਲੇ ਦਾ ਜਾ ਕੇ ਦੇਖੋ। ਇਹ ਬਾਣੀ ਸੋਧਣੀ ਹੈ, ਲੇਕਿਨ ਮਿਲ ਕੇ ਪਿਆਰ ਦੇ ਨਾਲ ਉੱਥੇ ਤੱਕ ਆਵਾਜ਼ ਪਹੁੰਚਾਓ
ਕਈ ਜਿਹੜੇ ਅੰਦਰੋਂ ਸਰੂਪ ਨਿਕਲਿਆ, ਜਿੱਦਾਂ ਆ ਮੈਂ ਪਿੱਛੇ ਦੱਸਿਆ ਸੀ ਵੀ 16 ਕੀਰਤਨ 16 ਹਰ ਥਾਂ ਮੈਂ ਪਹਿਲੀ ਵਾਰੀ ਆ ਗੁਟਕਾ ਦੇਖਿਆ ਜਿਹ 'ਚ 16 ਸਿਰਫ ਲਿਖੇ ਆ। ਇਸ ਕਰਕੇ ਕੌਮ ਇਕੱਠੀ ਹੋ ਰਹੀ ਹੈ, ਇਹ ਦੁਨੀਆ ਤੁਕਾਂ ਬਦਲ ਗਈਆਂ, ਰਹਾਉ ਦਾ ਥਾਂ ਹੀ ਬਦਲ ਦੇਣਾ। ਇਸ ਕਰਕੇ ਇਹ ਸ਼ਬਦ ਅਗਲੀ ਵਾਰੀ ਲਾਂਗੇ। ਪਹਿਲਾਂ ਇੱਕ ਵਾਰੀ ਪਿਆਰ ਨਾਲ ਜਿੰਨੇ ਕਿ ਸ਼ਬਦ ਦਾ ਗਿਆਨ ਰਿਹਾ ਔਰ ਉਹਨੂੰ ਅਸੀਂ ਗਾ ਲਈਏ। राग गौड़ी पूर्वी महला चौथा काम करो दे नगर बाहो परिया मेले साधु खंडल खंडा है पूर्वे लिखत लिखे गुर पाया मने हार लेव मंडल मंडा है करे साधु अंजुली पुण्य वड्डा है करे दंडौत पुण्य वड्डा है रहाओ करे साधु अंजुली पुण्य वड्डा है करे दंडौत पुण्य वड्डा है रहा साकत हार रस साध न जान तेन अंतरे हाँ मैं कंडा है ज्यों ज्यों चलहें चुबै दुख पामहें जाम काल सहें सिरे डंडा है हारे जान हरे हरे नाम में समाने दुख जानम मरण पाव खंडा है दुख जानम मरण पाव खंडा है अबेनासी पुरख पाया परमेश्वर बहु शोभ खंड ब्रह्मंडा है हम गरीब मस्कीन प्रभ तेरे हरे राख राखो वड वड्डा है ज्ञान नानक नामो आधार टेक हरे नाम में ही सुख मंडाए हर नाम में ही सुख मंडाए।